ਵੈਲਕਮ ਟੂ ਦਾ ਵਰਡ ਆਫ ਪੋਜ਼ਿਟਿਵ ਵਾਈਬ YouTube ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ। ਅੱਜ ਆਪਾਂ ਲੈ ਕੇ ਆਏ ਹਾਂ ਇੱਕ ਨਵੀਂ ਵੀਡੀਓ ਸੈਕੰਡਰੀ ਮੈਮਰੀ ਜਾਂ ਜਿਹਨੂੰ ਸੈਕੰਡਰੀ ਸਟੋਰੇਜ ਡਿਵਾਈਸ ਕਹਿੰਦੇ ਆ, ਜੋ ਕਿ ਆਪਣੇ ਕੰਪਿਊਟਰ ਦੇ ਵਿੱਚ ਪਲੇ ਕਰਦੀ ਹੈ ਬਹੁਤ ਹੀ ਜ਼ਿਆਦਾ ਇੱਕ ਇੰਪੋਰਟੈਂਟ ਰੋਲ। ਕਿਉਂਕਿ ਸੈਕੰਡਰੀ ਸਟੋਰੇਜ ਦੀ ਤੋਂ ਬਿਨਾਂ ਆਪਣੇ ਕੰਪਿਊਟਰ ਵਿੱਚ ਆਪਾਂ ਕੋਈ ਵੀ ਚੀਜ਼ ਪਰਮਾਨੈਂਟ ਸਟੋਰ ਕਰਕੇ ਨਹੀਂ ਰੱਖ ਸਕਦੇ। ਜਿਵੇਂ ਤੁਸੀਂ ਸਾਰੇ ਕੀ ਕਰਦੇ ਹੋਵੋਗੇ, ਆਪਣੇ ਮੋਬਾਈਲ ਦੇ ਵਿੱਚ ਕਾफ़ੀ ਪਿਕਚਰ, ਆਪਣੇ ਕੰਪਿਊਟਰ ਦੇ ਵਿੱਚ ਕਾफ़ी ਪਿਕਚਰਸ ਹੋ ਗਈਆਂ, ਸੌਂਗਸ ਹੋ ਗਈਆਂ, ਮੂਵੀज़ ਹੋ ਗਈਆਂ, ਜਾਂ ਕੋਈ ਆਪਣਾ ਜੋ ਵਰਕ ਰਿਲੇਟਿਡ ਫਾਈਲਸ ਰੱਖਦੇ ਹੋ ਸੇਮ, ਠੀਕ ਹੈ। ਇਹ ਆਪਣੇ ਕੰਪਿਊਟਰ ਵਿੱਚ ਯੂਜ਼ ਹੁੰਦੀ ਇੱਕ ਮੈਮਰੀ ਜਿਹਨੂੰ ਕਹਿੰਦੇ ਆ ਸੈਕੰਡਰੀ ਮੈਮਰੀ। ਦੇਖੋ ਹੈਡਿੰਗ ਦੇ ਵਿੱਚ ਮੈਂ ਲਿਖਿਆ ਹੋਇਆ ਨੌਨ ਵੋਲੇਟਾਈਲ ਮੈਮਰੀ। ਔਰ ਆਪ ਸਭ ਜੀ ਨੇ ਮੇਰੇ ਪਹਿਲਾਂ ਵਾਲੀਆਂ ਵੀਡੀਓ ਦੇਖੀਆਂ ਹੋਣਗੀਆਂ, ਜਿਨ੍ਹਾਂ ਨੇ ਨਹੀਂ ਦੇਖੀਆਂ ਕਿਰਪਾ ਕਰਕੇ ਪਹਿਲਾਂ ਉਹ ਵੀਡੀਓ ਦੇਖੋ, ਫਿਰ ਇਹ ਵੀਡੀਓ ਸਮਝ ਆਏਗੀ, ਠੀਕ ਹੈ ਜੀ। ਚਲੋ ਫਿਲਹਾਲ ਆਪਾਂ ਪੜ੍ਹਦੇ ਹਾਂ ਸੈਕੰਡਰੀ ਮੈਮਰੀ ਜਾਂ ਸੈਕੰਡਰੀ ਸਟੋਰੇਜ ਹੁੰਦੀ ਕੀ ਹੈ। ਦੇਖੋ ਸੈਕੰਡਰੀ ਮੈਮਰੀ ਨੂੰ ਹਮੇਸ਼ਾ ਕੀ ਕਹਿੰਦੇ ਆ, ਇੱਕ ਐਕਸਟਰਨਲ ਮੈਮਰੀ ਕਹਿੰਦੇ ਆ। ਐਕਸਟਰਨਲ ਮੈਮਰੀ ਤਾਂ ਕਹਿੰਦੇ ਆ ਕਿਉਂਕਿ ਦੇਖੋ ਇਹ ਆਪਾਂ ਕੀ ਐਕਸਟਰਾ ਯੂਜ਼ ਕਰਦੇ ਹਾਂ ਕੰਪਿਊਟਰ ਦੇ ਵਿੱਚ, ਠੀਕ ਹੈ। ਇਹਦੇ ਬਿਨਾਂ ਵੀ ਕੰਮ ਚੱਲ ਜਾਂਦਾ ਕੰਪਿਊਟਰ ਦਾ, ਪਰ ਹਾਂ ਇਹ ਜ਼ਰੂਰ ਹੈ ਕਿ ਪਰਮਾਨੈਂਟ ਡਾਟਾ ਸਟੋਰ ਕਰਨ ਵਾਸਤੇ ਇਹ ਕੰਪਲਸਰੀ ਹੈ, ਲੇਕਿਨ ਇਹਦੇ ਬਿਨਾਂ ਕੰਪਿਊਟਰ ਦਾ ਕੰਮ ਚੱਲ ਜੂਗਾ। ਇਸ ਕਰਕੇ ਕੀ ਹੈ, ਐਕਸਟਰਨਲ ਮੈਮਰੀ ਹੈ, ਇਹ ਆਪਾਂ ਮਤਲਬ ਐਕਸਟਰਾ ਯੂਜ਼ ਕਰਦੇ ਹਾਂ ਕੰਪਿਊਟਰ ਦੇ ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ ਆਕਸੀਲਰੀ ਮੈਮਰੀ ਇਹਨੂੰ ਕਹਿੰਦੇ ਆ, ਤੁਹਾਨੂੰ ਮੈਂ ਦੱਸਿਆ ਹੋਇਆ ਸੀ, ਜਿਹੜੀਆਂ ਪਰਮਾਨੈਂਟ ਹੁੰਦੀਆਂ ਆਕਸੀਲਰੀ ਮੈਮਰੀ ਹੁੰਦੀਆਂ। ਇਸ ਤੋਂ ਬਾਅਦ ਕੀ ਹੈ ਕਿ ਇਹ ਕੀ ਕਰਦੀ ਹੈ ਕਿ ਦੇਖੋ ਜਿਹੜਾ ਵੀ ਚੀਜ਼ ਸਟੋਰ ਕਰਦੀ ਹੈ ਉਹਨੂੰ ਕੀ ਕਰਦੀ ਹੈ, ਪਰਮਾਨੈਂਟ ਮੈਨਰ 'ਚ ਕਰਦੀ ਹੈ, ਪਰਮਾਨੈਂਟਲੀ ਡਾਟਾ ਸਟੋਰ ਕਰਦੀ ਹੈ। ਕਿਉਂਕਿ ਇਹਦੇ 'ਚ ਜਿਹੜਾ ਡਾਟਾ ਸਟੋਰ ਹੋ ਗਿਆ ਇੱਕ ਵਾਰੀ, ਚਾਹੇ ਕੰਪਿਊਟਰ ਤੁਸੀਂ ਬੰਦ ਕਰ ਦਿਓ, ਚਾਹੇ ਤੁਸੀਂ 2 ਦਿਨ ਬਾਅਦ ਚਲਾਓ, 3 ਦਿਨ ਬਾਅਦ ਚਲਾਓ, ਜਿਹਦੇ ਵਿੱਚ ਚਲਾਓਗੇ ਉਹ ਡਾਟਾ ਕੀ ਹੋਊਗਾ, ਇਹਦੇ ਵਿੱਚ ਸੇਵ ਹੋਊਗਾ ਹਮੇਸ਼ਾ, ਠੀਕ ਹੈ। ਸੇਵ ਹੀ ਹੋਏਗਾ, ਉਹ ਕੀ ਰਹੇਗਾ, ਸੇਵ ਰਹੇਗਾ ਡਾਟਾ 'ਚ, ਠੀਕ ਹੈ ਜੀ। ਉਸ ਤੋਂ ਬਾਅਦ ਨੋਨ ਵੋਲੇਟਾਈਲ ਨੇਚਰ ਹੁੰਦੀ ਹੈ। ਹੁਣ ਐਗਜ਼ਾਮ ਦੇ ਵਿੱਚ ਕੁਐਸਚਨ ਕੀ ਆਉਂਦਾ ਹੈ, ਹਮੇਸ਼ਾ ਇਹ ਕੁਐਸਚਨ ਆਉਂਦਾ ਹੈ ਕਿ ਜਿਹੜੀ ਸੈਕੰਡਰੀ ਮੈਮਰੀ ਹੈ ਉਹਦੀ ਨੇਚਰ ਕੀ ਹੈ, ਠੀਕ ਹੈ। ਤਾਂ ਆਪਾਂ ਯਾਦ ਰੱਖਣਾ ਉਹਦੀ ਨੇਚਰ ਕੀ ਹੈ, ਨੋਨ ਵੋਲੇਟਾਈਲ। ਨੋਨ ਵੋਲੇਟਾਈਲ ਕਹਿ ਸਕਦੇ ਹਾਂ, ਪਰਮਾਨੈਂਟ ਕਹਿ ਸਕਦੇ ਹਾਂ, ਠੀਕ ਹੈ। ਕਲੀਅਰ ਹੈ ਜੀ। ਜਾਂ ਇੱਦਾਂ ਕੁਛ ਲਿਖਿਆ ਆ ਜਾਂਦਾ ਕਿ ਕਿਹੜੀ ਮੈਮਰੀ ਹੈ ਜਦੋਂ ਆਪਾਂ PC ਆਫ ਕਰਦੇ ਹਾਂ ਜਾਂ ਪਾਵਰ ਆਫ ਕਰਦੇ ਹਾਂ ਤਾਂ ਉਹਦੇ ਜਿਹੜੇ ਕੰਟੈਂਟ ਹੈ ਉਹ ਸੇਮ ਰਹਿੰਦੇ ਆ, ਡਿਲੀਟ ਨਹੀਂ ਹੁੰਦੇ, ਤਾਂ ਉਹਦਾ ਆਨਸਰ ਆਊਗਾ ਸੈਕੰਡਰੀ ਮੈਮਰੀ। ਕਲੀਅਰ ਹੈ ਜੀ। ਸੈਕੰਡਰੀ ਮੈਮਰੀ ਬਾਰੇ ਹਲਕਾ ਫੁਲਕਾ ਚਾਨਣਾ ਪਾਇਆ ਆਪਾਂ। ਸੈਕੰਡਰੀ ਮੈਮਰੀ ਹੁੰਦੀ ਕੀ ਆ, ਐਕਸਟਰਨਲ ਮੈਮਰੀ ਹੁੰਦੀ ਆ, ਆਕਸੀਲਰੀ ਮੈਮਰੀ ਵੀ ਇਹਨੂੰ ਕਹਿੰਦੇ ਆ, ਪਰਮਾਨੈਂਟ ਡਾਟਾ ਸਟੋਰ ਕਰਦੀ ਹੈ, ਅਤੇ ਕੀ ਹੁੰਦੀ ਹੈ, ਨੋਨ ਵੋਲੇਟਾਈਲ ਇਨ ਨੇਚਰ ਹੁੰਦੀ ਹੈ, ਠੀਕ ਹੈ ਜੀ। ਹੁਣ ਦੇਖੋ ਨੈਕਸਟ, ਇਸ ਤੋਂ ਬਾਅਦ ਦੇਖੋ ਜਦੋਂ ਆਪਾਂ ਸੈਕੰਡਰੀ ਮੈਮਰੀ ਜਾਂ ਸੈਕੰਡਰੀ ਟੈਕਨੋਲੋਜੀਜ਼ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਖਾਸ ਕਰਕੇ 2 ਤਰ੍ਹਾਂ ਦੀ ਟੈਕਨੋਲੋਜੀ ਯੂਜ਼ ਹੁੰਦੀ ਹੈ। ਇੱਕ ਹੁੰਦੀ ਹੈ ਮੈਗਨੈਟਿਕ, ਇੱਕ ਹੁੰਦੀ ਆਪਟੀਕਲ। ਜਿਹੜੇ ਮੈਗਨੈਟਿਕ ਹੁੰਦੀਆਂ ਨਾ, ਇਹ ਆਪਣੇ ਜਦੋਂ ਪਹਿਲਾਂ ਹੁੰਦੀਆਂ ਸੀ ਪੁਰਾਣੇ, ਜਿਵੇਂ ਟੇਪ ਰਿਕਾਰਡ ਵਗੈਰਾ ਹੁੰਦੇ ਸੀ, ਓਲਡ ਟਾਈਮ 'ਤੇ ਯੂਜ਼ ਹੁੰਦੇ ਸੀਗੀ, ਠੀਕ ਹੈ। ਜਿਵੇਂ ਆਪਣੀ ਕੈਸਟ ਹੋ ਗਈ ਜਿਹਨੂੰ, ਠੀਕ ਹੈ, ਮੈਗਨੈਟਿਕ ਟੇਪ ਕਹਿ ਦਿੰਦੇ ਆ, ਠੀਕ ਹੈ। ਇਹ ਪੁਰਾਣੀਆਂ ਤਰੀਕੇ ਨਾਲ ਯੂਜ਼ ਹੁੰਦੀਆਂ ਸੀਗੀਆਂ। ਹੁਣ ਦੇਖ ਲਓ ਆਪਾਂ ਪੜ੍ਹਨਾ, ਦੇਖੋ ਪੜ੍ਹਨਾ ਆਪਾਂ ਤਾਂ ਹੈ ਕਿਉਂਕਿ ਇਹਦਾ ਕੁਐਸਚਨ ਕਈ ਵਾਰੀ ਆ ਜਾਂਦਾ ਹੈ। ਵੈਸੇ ਇੰਨੀ ਇੰਪੋਰਟੈਂਟ ਨਹੀਂ ਹੈਗੀ, ਪਰ ਫਿਰ ਵੀ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਆਪਾਂ ਨੂੰ ਪੜ੍ਹਨਾ ਪੈਣਾ, ਠੀਕ ਹੈ। ਇੱਕ ਆਪਾਂ ਥੋੜ੍ਹੀ ਜਿਹੀ ਸਮਝ ਲੈਂਦੇ ਹਾਂ ਕਿ ਮੈਗਨੈਟਿਕ ਹੁੰਦਾ ਕੀ ਹੈ, ਠੀਕ ਹੈ। ਮੈਗਨੈਟਿਕ ਕੀ ਹੁੰਦਾ, ਦੇਖੋ ਜੀ, ਦੇਖੋ ਲਿਖਿਆ ਹੋਇਆ ਕਿ ਕੀ ਲਿਖਿਆ ਹੋਇਆ ਕਿ ਜਿਹੜੀ ਸਟੋਰੇਜ ਡਿਵਾਈਸ ਹੈ, ਠੀਕ ਹੈ, ਉਹ ਕੀ ਹੁੰਦੀਆਂ, ਜਾਂ ਤਾਂ ਡਿਸਕ ਯੂਜ਼ ਕਰਦੀਆਂ ਜਾਂ ਕੀ ਯੂਜ਼ ਕਰਦੀਆਂ, ਟੇਪਸ ਯੂਜ਼ ਕਰਦੀਆਂ, ਠੀਕ ਹੈ। ਤਾਂ ਜਿਹੜੀਆਂ ਟੇਪ ਹੁੰਦੀਆਂ ਉਹ ਸੈਂਸਿਟਿਵ ਹੁੰਦੀਆਂ, ਇਸ ਕਰਕੇ ਇਹਨੂੰ ਕੀ ਹੁੰਦਾ, ਇਹਦੇ ਉੱਪਰ ਕੋਟ ਹੁੰਦਾ। ਜਿਵੇਂ ਆਪਾਂ ਦੇਖੋ ਆਪਾਂ ਰੀਲ ਲੈ ਕੇ ਆਉਂਦੇ ਸੀ ਨਾ ਪਹਿਲਾਂ, ਸਭ ਨੇ ਦੇਖੀ ਹੋਣੀ ਹੈ, ਜਿਹੜੀ ਟੇਪ ਰਿਕਾਰਡ 'ਚ ਰੀਲ ਪੈਂਦੀ ਸੀ, ਇਸ ਤਰ੍ਹਾਂ ਹੁੰਦੇ ਸੀ ਉਹਦੇ 2 ਚੱਕਰ ਜੇ। ਤਾਂ ਉਹਦੇ ਬਾਹਰ ਕੀ ਹੁੰਦਾ ਸੀ, ਇੱਕ ਆਪਾਂ ਕਵਰ ਵੀ ਮਿਲਦਾ ਸੀ ਰੀਲ ਦਾ। ਉਹ ਕਵਰ ਤਾਂ ਹੁੰਦਾ ਕਿ ਜਿਹੜੀ ਮੈਗਨੈਟਿਕ ਮੀਡੀਅਮ ਹੁੰਦਾ ਨਾ, ਉਹਨੂੰ ਧੂੜ ਮਿੱਟੀ ਖਰਾਬ ਕਰ ਦਿੰਦੀ ਸੀਗੀ, ਜਿਹਨੂੰ ਡਸਟ ਪਾਰਟੀਕਲ ਕਹਿੰਦੇ ਆ। ਡਸਟ ਪਾਰਟੀਕਲ ਨਾਲ ਉਹ ਚੀਜ਼ ਕੀ ਹੋ ਜਾਂਦੀ ਸੀ, ਖਰਾਬ ਹੋ ਜਾਂਦੀ ਸੀਗੀ, ਇਸ ਕਰਕੇ ਉਹ ਸੈਂਸਿਟਿਵ ਹੁੰਦੀ ਸੀਗੀ, ਠੀਕ ਹੈ। ਅਤੇ ਉਹਨੂੰ ਕੀ ਕਵਰ ਕਰਕੇ ਰੱਖਣਾ ਪੈਂਦਾ ਸੀ, ਚਾਹੇ ਉਹ ਪਲਾਸਟਿਕ ਮੀਡੀਅਮ ਹੋਵੇ, ਚਾਹੇ ਕੁਛ ਹੋਰ ਕਵਰ ਹੋਵੇ, ਪਲਾਸਟਿਕ ਦਾ ਹੋਵੇ, ਗਲਾਸ ਦਾ ਹੋਵੇ, ਠੀਕ ਹੈ ਜੀ। ਹੁਣ ਅੱਜ ਕੱਲ੍ਹ ਜਿਹੜੀਆਂ ਯੂਜ਼ ਹੁੰਦੀਆਂ ਰਾਜੇ, ਉਹ ਯੂਜ਼ ਹੁੰਦੀਆਂ ਆਪਟੀਕਲ ਡਿਵਾਈਸ। ਆਪਟੀਕਲ ਦਾ ਮਤਲਬ ਹੀ, ਜਿੱਥੇ ਆਪਟੀਕਲ ਵਰਡ ਆ ਗਿਆ ਉਹਦਾ ਮਤਲਬ ਕੀ ਹੁੰਦਾ, ਲੇਜ਼ਰ ਯੂਜ਼ ਹੁੰਦੀ ਹੈ, ਲੇਜ਼ਰ ਟੈਕਨੋਲੋਜੀ ਯੂਜ਼ ਹੁੰਦੀ ਹੈ। ਜਿਵੇਂ ਕਹਿ ਦਿੰਦੇ ਨਾ ਆਪਟੀਕਲ ਮਾਊਸ ਹੁੰਦਾ ਜੀ, ਆਪਟੀਕਲ ਕੀਬੋਰਡ ਆ ਗਿਆ। ਆਪਟੀਕਲ ਦਾ ਮਤਲਬ ਇਹ ਹੁੰਦਾ ਕਿ ਉਹਦੇ ਵਿੱਚ ਇੱਕ ਰੈੱਡ ਲਾਈਟ ਯੂਜ਼ ਹੁੰਦੀ ਹੈ, ਠੀਕ ਹੈ, ਜਿਹਨੂੰ ਬੋਲਦੇ ਆ ਲੇਜ਼ਰ ਬੀਮ। ਕਲੀਅਰ ਹੈ ਜੀ। ਮੈਗਨੈਟਿਕ ਤੁਹਾਨੂੰ ਮੈਂ ਦੱਸਦਾ, ਮੈਗਨੈਟਿਕ ਦੇ ਵਿੱਚ ਕੀ ਹੁੰਦੀਆਂ, ਟੇਪਸ ਯੂਜ਼ ਹੁੰਦੀਆਂ, ਜਿਹੜੀਆਂ ਕੋਟਡ ਹੋਣਗੀਆਂ ਕਿਹਦੇ ਨਾਲ, ਮੈਗਨੈਟਿਕ ਮੀਡੀਅਮ ਨਾਲ ਕੋਟਡ ਹੋਣਗੀਆਂ, ਕਿਉਂਕਿ ਉਹ ਸੈਂਸਿਟਿਵ ਹੁੰਦੇ ਆ, ਠੀਕ ਹੈ। ਦੂਜਾ ਕੀ ਹੋ ਗਿਆ, ਤੁਹਾਡੀਆਂ ਆਪਟੀਕਲ ਹੋ ਗਈਆਂ, ਆਪਟੀਕਲ ਹੋ ਗਿਆ ਤੁਹਾਡਾ ਲੇਜ਼ਰ ਬੀਮ ਨਾਲ, ਠੀਕ ਹੈ ਜੀ। 2 ਤਰ੍ਹਾਂ ਦੀਆਂ ਟੈਕਨੋਲੋਜੀਆਂ ਯੂਜ਼ ਹੁੰਦੀਆਂ ਆਪਣੇ ਸਟੋਰੇਜ ਡਿਵਾਈਸ ਦੇ ਵਿੱਚ। ਆਓ ਨੈਕਸਟ ਆਪਾਂ ਪੜ੍ਹਦੇ ਹਾਂ। ਹੁਣ ਦੇਖੋ ਹੁਣ ਕੀ ਹੈ, ਹੁਣ ਇਹ ਤਾਂ ਟਾਈਪਸ ਹੋ ਗਈਆਂ। ਹੁਣ ਦੂਜਾ 2 ਮਾਈਨਰਸ ਦੇ ਵਿੱਚ ਯੂਜ਼ ਹੁੰਦੀਆਂ ਸੈਕੰਡਰੀ ਸਟੋਰੇਜ। ਇੱਕ ਤਾਂ ਹੁੰਦੀਆਂ ਸਿਕੁਐਂਸ਼ਲ ਦੇ ਵਿੱਚ। ਉਹ ਸਿਕੁਐਂਸ਼ਲ ਤੁਹਾਨੂੰ ਮੈਂ ਦੱਸਿਆ, ਸਿਕੁਐਂਸ਼ਲ ਕੀ ਹੁੰਦੀਆਂ, ਜਿਹਦੇ ਵਿੱਚ ਡਾਟਾ ਕੀ ਰੀਡ ਕਰੂਗਾ 1 ਬਾਏ 1। ਦੇਖੋ ਜਿਵੇਂ ਕੋਈ ਵੀ ਜਿਵੇਂ ਟਰੈਕ ਹੁੰਦੇ, ਜਿਵੇਂ ਮੈਗਨੈਟਿਕ ਮੀਡੀਅਮ ਹੋ ਗਈਆਂ, ਟੇਪ ਰਿਕਾਰਡ ਹੁੰਦੀ ਸੀ ਨਾ ਆਪਣੇ ਵਿੱਚ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਐਗਜ਼ਾਮਪਲ। ਟੇਪ ਰਿਕਾਰਡ ਦੇ ਵਿੱਚ ਗਾਣੇ ਹੁੰਦੇ ਸੀ, ਜੇ ਮੰਨ ਲਓ 5 ਗਾਣੇ ਆ, ਠੀਕ ਹੈ, ਜ਼ਿਆਦਾ ਹੁੰਦੇ ਸੀ ਵੈਸੇ ਤਾਂ, ਚਲੋ 5 ਗਾਣੇ ਮੰਨ ਕੇ ਚੱਲਦੇ ਹਾਂ। ਤਾਂ ਮੰਨ ਲਓ ਉਹਨੇ ਚੌਥਾ ਗਾਣਾ ਸੁਣਨਾ ਜਾਂ 5ਵਾਂ ਗਾਣਾ ਸੁਣਨਾ, ਤਾਂ ਉਹਨੂੰ ਪਹਿਲਾ ਦੂਸਰਾ ਤੀਸਰਾ ਗਾਣਾ ਕੀ ਕਰਨਾ ਪੈਂਦਾ ਸੀਗਾ, ਫਾਰਵਰਡ ਕਰਨਾ ਪੈਂਦਾ ਸੀਗਾ। ਉਸ ਤੋਂ ਬਾਅਦ ਹੀ ਸੁਣ ਸਕਦਾ ਸੀਗਾ, ਡਾਇਰੈਕਟ ਨਹੀਂ ਸੁਣ ਸਕਦਾ ਸੀਗਾ। ਜਿਵੇਂ ਅੱਜ ਕੱਲ੍ਹ ਆਪਾਂ ਤਾਂ USB ਦੇ ਵਿੱਚ ਜਾਂ ਪੈਨ ਡਰਾਈਵ ਦੇ ਵਿੱਚ ਡਾਇਰੈਕਟ ਸੁਣ ਲੈਂਦੇ ਨਾ ਸੌਂਗ, ਪਹਿਲਾਂ ਇੱਦਾਂ ਨਹੀਂ ਹੁੰਦਾ ਸੀਗਾ,
ਠੀਕ ਹੈ। ਤਾਂ ਰੈਂਡਮ ਐਕਸੈਸ ਤੁਹਾਨੂੰ ਮੈਂ ਦੱਸਿਆ ਸੀ ਰਾਜੇ, ਜਿਵੇਂ ਰੈਮ ਹੁੰਦਾ, ਰੈਮ ਦੇ ਵਿੱਚ ਕੀ ਹੁੰਦਾ, ਰੈਂਡਮ ਐਕਸੈਸ ਹੁੰਦਾ, ਉਵੇਂ ਸੈਕੰਡਰੀ ਸਟੋਰੇਜ ਦੇ ਵਿੱਚ ਵੀ ਰੈਂਡਮ ਐਕਸੈਸ ਹੁੰਦਾ ਕਿ ਆਪਾਂ ਕੋਈ ਵੀ ਫਾਈਲ ਕਦੇ ਚੱਕ ਲੈਂਦੇ ਹਾਂ। ਹੁਣ ਜਿਵੇਂ ਆਪਾਂ ਮੰਨ ਲਓ ਆਪਣੇ ਕੰਪਿਊਟਰ ਜਾਂ ਲੈਪਟਾਪ ਦੇ ਵਿੱਚ ਕੋਈ ਵੀ ਚੀਜ਼ ਸੇਵ ਕੀਤੀ ਹੈ ਨਾ, ਕੋਈ ਫਾਈਲਾਂ ਯੂਜ਼ ਕੀਤੀਆਂ, ਫਸਟ ਫਾਈਲ ਹੈ, ਸੈਕਿੰਡ ਫਾਈਲ ਹੈ, ਥਰਡ ਫਾਈਲ ਹੈ। ਅਗਰ ਆਪਾਂ ਥਰਡ ਫਾਈਲ ਖੋਲ੍ਹਣੀ ਹੈ ਤਾਂ ਨਹੀਂ ਕਿ ਪਹਿਲਾਂ ਪਹਿਲੀ ਫਾਈਲ ਖੋਲਾਂਗੇ ਫਿਰ ਦੂਜੀ ਖੋਲਾਂਗੇ, ਆਪਾਂ ਕੀ ਕਰਾਂਗੇ, ਡਾਇਰੈਕਟ ਇੱਥੇ ਕਲਿੱਕ ਕਰਾਂਗੇ, ਇਹ ਫਾਈਲ ਖੁੱਲ੍ਹ ਜੂਗੀ। ਇਹਨੂੰ ਕਹਿੰਦੇ ਆ ਰੈਂਡਮ ਐਕਸੈਸ। ਠੀਕ ਹੈ ਜੀ। ਡਾਇਰੈਕਟ ਐਕਸੈਸ ਅਤੇ ਰੈਂਡਮ ਐਕਸੈਸ ਸੇਮ ਜੀ ਚੀਜ਼ ਹੈ। ਠੀਕ ਹੈ, ਤੁਹਾਨੂੰ ਪਹਿਲਾਂ ਵਾਲੀ ਵੀਡੀਓ 'ਚ ਮੈਂ ਸਮਝਾਇਆ ਹੋਇਆ। ਓਕੇ ਜੀ। ਹੁਣ ਨੈਕਸਟ ਆਪਾਂ ਪੜ੍ਹਦੇ ਹਾਂ ਇਹਦੇ ਵਿੱਚ। ਹੁਣ ਦੇਖੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਜਿਹੜੀ ਕੰਪਿਊਟਰ ਦੇ ਵਿੱਚ ਆ ਉਹ ਹਾਰਡ ਡਿਸਕ ਹੈ। ਹਾਰਡ ਡਿਸਕ ਦੇ ਉੱਪਰ ਕੁਐਸਚਨ ਬਣਦਾ ਹੀ ਬਣਦਾ ਹੈ। ਠੀਕ ਹੈ, ਦੇਖੋ ਹਾਰਡ ਡਿਸਕ ਹੁੰਦੀ ਇੱਦਾਂ ਦੀ ਹੁੰਦੀ ਹਾਰਡ ਡਿਸਕ। ਇਹਦਾ ਇੰਟਰਨਲ ਪਾਰਟ ਹੈ, ਇਹਦੇ ਉੱਪਰ ਕਵਰ ਵੀ ਹੁੰਦਾ, ਮੈਗਨੈਟਿਕ ਕਵਰ ਹੁੰਦਾ ਇਹਦੇ ਉੱਪਰ। ਇਹ ਸਿਰਫ ਅੰਦਰਲਾ ਚੀਜ਼ ਦਿਖਾਈ ਹੋਈ ਆ। ਹੁਣ ਦੇਖੋ ਜਿਹੜੀ ਚੀਜ਼ ਆਪਾਂ ਮੇਨ ਪੜ੍ਹਨੀ ਆ, ਇਹ 'ਚ ਇੱਕ ਹੁੰਦਾ ਰੀਡ ਰਾਈਟ ਹੈਡ। ਠੀਕ ਹੈ, ਅਤੇ ਇੱਕ ਹੁੰਦਾ ਪਲੇਟਰਸ। ਠੀਕ ਹੈ, ਰੀਡ ਰਾਈਟ ਹੈਡ ਹੋ ਗਿਆ। ਜਿਵੇਂ ਦੇਖੋ ਟੇਪ ਰਿਕਾਰਡ ਦੇ ਵਿੱਚ ਵੀ ਜਦੋਂ ਆਪਾਂ ਗਾਣੇ ਸੁਣਦੇ ਸੀ ਨਾ, ਇੱਥੇ ਹੈਡ ਹੁੰਦਾ ਸੀਗਾ, ਆਪਾਂ ਕਈ ਵਾਰ ਹੈਡ ਨੂੰ ਸਾਫ਼ ਕਰਦੇ ਸੀਗੇ, ਆਵਾਜ਼ ਕਲੀਅਰ ਨਹੀਂ ਨਾ ਆਉਂਦੀ ਸੀਗੀ ਟੇਪ ਰਿਕਾਰਡ ਦੀ, ਤਾਂ ਹੈਡ ਨੂੰ ਕੀ ਕਰਦੇ ਸੀ ਆਪਾਂ ਸਾਫ਼ ਕਰ ਲੈਂਦੇ ਸੀਗੇ, ਡਸਟ ਆ ਜਾਂਦੀ ਸੀਗੀ, ਉਹਨੂੰ ਫੂਕ ਮਾਰ ਕੇ ਆਪਾਂ ਸਾਫ਼ ਕਰ ਲੈਂਦੇ ਹੁੰਦੇ ਸੀਗੇ, ਹੈ ਨਾ। ਉਵੇਂ ਰੀਡ ਰਾਈਟ ਹੈਡ ਹੁੰਦਾ ਜਿਹੜਾ ਕੀ ਕਰਦਾ ਕਿ ਜਿਹੜੇ ਦੱਸੂਗਾ ਮੈਂ ਤੁਹਾਨੂੰ, ਇਹ ਦੇਖੋ ਵੈਸੇ ਤੁਹਾਨੂੰ ਦੱਸ ਦਿੰਦਾ ਕੀ ਹੁੰਦਾ। ਜਿਹੜੀ ਹੁੰਦੀ ਨਾ ਹਾਰਡ ਡਿਸਕ ਉਹ ਇੱਦਾਂ ਬਣੀ ਹੁੰਦੀ ਆ। ਉਹ ਨੈਕਸਟ ਆਊਗਾ। ਠੀਕ ਹੈ, ਇਹਦੀ ਬਾਹਰਲੀ ਸ਼ੇਪ ਆ, ਦੇਖੋ CD ਵਾਂਗੂ ਬਣੀ ਹੋਈ ਆ। ਇਹਦੇ ਅੰਦਰ ਕੀ ਹੁੰਦਾ ਸੀ, ਇੱਦਾਂ ਟਰੈਕ ਹੁੰਦੇ ਆ, ਇਹਦੇ ਅੰਦਰ ਟਰੈਕ ਹੁੰਦੇ ਆ, ਟਰੈਕ ਫਰਦਰ ਫਿਰ ਡਿਵਾਈਡ ਹੁੰਦੇ ਆ ਸੈਕਟਰ ਦੇ ਵਿੱਚ ਇੱਦਾਂ ਕਰਕੇ। ਠੀਕ ਹੈ, ਤਾਂ ਇਹ ਸਾਰੀ ਚੀਜ਼ ਹੁੰਦੀ ਆ। ਠੀਕ ਹੈ, ਤਾਂ ਇਹਦੇ ਉੱਪਰ ਕੀ ਲੱਗੀ ਹੁੰਦੀ, ਪਲੇਟ ਲੱਗੀ ਹੁੰਦੀ ਹੈ, ਜਿਹਦੇ ਉੱਪਰ ਕੋਟ ਹੁੰਦਾ, ਅਤੇ ਮਤਲਬ ਉੱਤੇ ਪਲਾਸਟਿਕ ਦਾ ਕੋਟ ਹੁੰਦਾ, ਮੈਗਨੈਟਿਕ ਮੀਡੀਅਮ ਦਾ ਕੋਟ ਹੁੰਦਾ, ਉਹਨੂੰ ਕੀ ਬੰਦੇ ਪਲੇਟਰ ਬੋਲ ਦਿੰਦੇ ਆ। ਚਲੋ ਅਗਲੀ ਸਲਾਈਡ 'ਚ ਪੜ੍ਹਦੇ ਹਾਂ ਆਪਾਂ। ਫਿਲਹਾਲ ਤੁਹਾਨੂੰ ਦੱਸ ਦਿੰਦਾ ਹਾਰਡ ਡਿਸਕ ਹੁੰਦੀ ਕੀ ਆ। ਕਹਿੰਦਾ ਹਾਰਡ ਡਿਸਕ ਕੀ ਹੁੰਦੀ ਆ, ਕਹਿੰਦਾ ਆਰ ਹਾਈ ਸਪੀਡ ਹਾਈ ਕਪੈਸਿਟੀ ਸਟੋਰੇਜ ਡਿਵਾਈਸ। ਹਾਈ ਕਪੈਸਿਟੀ ਤਾਂ ਹੈ ਰਾਜੀ ਕਿਉਂਕਿ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਨੋਰਮਲ ਵੀ 500 GB ਹਾਰਡ ਡਿਸਕ ਆ ਰਹੀ ਹੈ। 500 GB ਡਾਟਾ ਬਹੁਤ ਹੁੰਦਾ ਹੈ। ਠੀਕ ਹੈ, ਜਿਵੇਂ ਰੈਮ ਤਾਂ ਹੋਊਗਾ 1 GB ਜਾਂ 2 GB 3 GB, ਅੱਜ ਕੱਲ੍ਹ ਲੇਟੈਸਟ 5 GB ਜਾਂ 4 GB ਯੂਜ਼ ਹੋ ਰਿਹਾ। ਉਵੇਂ ਹਾਰਡ ਡਿਸਕ ਕਿਹੜੀ ਯੂਜ਼ ਹੋ ਰਹੀ ਹੈ, 500 700। ਠੀਕ ਹੈ, ਇੱਦਾਂ ਯੂਜ਼ ਹੋ ਰਹੀ ਹੈ। ਠੀਕ ਹੈ, ਕਲੀਅਰ ਹੈ ਜੀ। ਹੁਣ ਨੈਕਸਟ ਦੇ ਕੀ ਕਹਿੰਦਾ, ਇਹਦੇ ਵਿੱਚ ਕੀ ਹੁੰਦਾ, ਇੱਕ ਪਲੇਟਰ ਹੁੰਦਾ। ਠੀਕ ਹੈ, ਡਿਸਕ ਜਿਹਨੂੰ ਮੈਟਲ ਬੋਲਦੇ ਆ, ਮੈਟਲ ਨੂੰ ਕੀ ਬੋਲਦੇ ਆ, ਡਿਸਕ ਪਲੇਟਰ ਬੋਲ ਦਿੰਦੇ ਜਾਂ ਇਕੱਲਾ ਪਲੇਟਰਸ ਬੋਲ ਦਿੰਦੇ ਆ। ਠੀਕ ਹੈ, ਇੱਕ ਇਹਦੇ ਵਿੱਚ ਕੀ ਹੁੰਦਾ, ਰੀਡ ਰਾਈਟ ਹੈਡ ਹੁੰਦਾ। ਠੀਕ ਹੈ, ਈਚ ਸਾਈਡ ਹੁੰਦਾ। ਠੀਕ ਹੈ, ਦੋਨੇ ਸਾਈਡ ਥੱਲੇ ਮਤਲਬ ਪੁੱਠੀ ਸਾਈਡ ਵੀ ਦੇਖੂੰਗਾ ਉੱਥੇ ਵੀ ਇੱਕ ਹੋਏਗਾ। ਠੀਕ ਹੈ, ਤਾਂ ਹੁਣ ਉਸ ਤੋਂ ਬਾਅਦ ਦੇਖੋ ਲਿਖਿਆ ਹੋਇਆ ਨਾ, ਹਾਰਡ ਡਿਸਕ ਕੈਨ ਡਿਵਾਈਡ ਇਨਟੂ ਪਾਰਟੀਸ਼ਨਸ ਟੂ ਸਟੋਰ ਦਾ ਮਲਟੀਪਲ ਟਾਈਪਸ ਆਫ ਡਾਟਾ। ਹੁਣ ਪਾਰਟੀਸ਼ਨ ਦਾ ਮਤਲਬ ਦੱਸ ਦਿੰਦਾ। ਜਦੋਂ ਆਪਾਂ ਕੋਈ ਵੀ ਕੰਪਿਊਟਰ ਲੈ ਕੇ ਆਉਣੇ ਆ ਨਾ, ਉਹਦੇ ਵਿੱਚ ਕੀ ਕਰਦੇ ਆਪਾਂ, ਮਾਈ ਕੰਪਿਊਟਰ ਦਾ ਸਿੰਬਲ ਹੁੰਦਾ ਇੱਥੇ, ਆਪਾਂ ਮਾਈ ਕੰਪਿਊਟਰ 'ਤੇ ਕਲਿੱਕ ਕਰਦੇ ਹਾਂ ਤਾਂ ਆਪਣੇ ਸਾਹਮਣੇ ਇੱਕ ਨਵੀਂ ਵਿੰਡੋ ਖੁੱਲ੍ਹਦੀ ਆ। ਉੱਥੇ ਲਿਖਿਆ ਹੁੰਦਾ ਨਾ C ਡਰਾਈਵ, D ਡਰਾਈਵ, E ਡਰਾਈਵ, ਜ਼ਿਆਦਾ ਵੀ ਹੋ ਸਕਦੀਆਂ। ਤਾਂ ਅਲੱਗ-ਅਲੱਗ ਡਰਾਈਵ ਦੇ ਵਿੱਚ ਕੀ ਕਰਦੇ ਆਪਾਂ, ਹਾਰਡ ਡਿਸਕ ਨੂੰ ਪਾਰਟੀਸ਼ਨ ਕਰ ਦਿੰਦੇ ਹਾਂ। ਉਹ ਪਾਰਟੀਸ਼ਨ ਤਾਂ ਕਰਦੇ ਹਾਂ ਕਿਉਂਕਿ ਆਪਾਂ ਬੇਸਿਕਲੀ ਕੀ ਕਰਦੇ ਹਾਂ, C ਡਰਾਈਵ ਦੇ ਵਿੱਚ ਕੀ ਰੱਖਦੇ ਹਾਂ ਆਪਾਂ, ਵਿੰਡੋ ਰੱਖਦੇ ਹਾਂ ਆਪਣੀ, ਜਿਹਨੂੰ ਆਪਰੇਟਿੰਗ ਸਿਸਟਮ ਬੋਲਦੇ ਆ। D ਜਾਂ E ਦੇ ਵਿੱਚ ਆਪਣਾ ਡਾਟਾ ਰੱਖ ਲੈਂਦੇ ਆਪਾਂ। ਠੀਕ ਆ, ਮੰਨ ਲਓ ਕੰਪਿਊਟਰ ਦੇ ਵਿੱਚ ਕੋਈ ਫਾਈਲ ਕਰਪਟ ਹੋ ਗਈ ਜਾਂ ਕੰਪਿਊਟਰ ਦੇ ਵਿੱਚ ਵਿੰਡੋ ਉੱਡ ਗਈ ਤਾਂ ਆਪਣਾ C ਡਰਾਈਵ ਦਾ ਡਾਟਾ ਅਰੇਜ਼ ਹੋ ਜਾਂਦਾ ਗਲਤੀ ਨਾਲ। ਠੀਕ ਹੈ, ਐਕਸੀਡੈਂਟਲੀ ਇਹ ਕੀ ਹੋ ਜਾਂਦਾ, ਅਰੇਜ਼ ਹੋ ਜਾਂਦਾ। ਅਤੇ D ਅਤੇ E ਹਮੇਸ਼ਾ ਪਰਮਾਨੈਂਟ ਰਹਿੰਦੇ ਆ। ਤਾਂ ਕਰਕੇ ਕੀ ਕਹਿੰਦਾ ਕਿ ਜਿਹੜੀ ਹਾਰਡ ਡਿਸਕ ਹੁੰਦੀ ਉਹਨੂੰ ਕੀ ਕਰਦੇ ਆਪਾਂ, ਮਲਟੀ ਪਾਰਟੀਸ਼ਨ ਕਰਦੇ ਹਾਂ, ਕਿ ਇਹਦੇ ਵਿੱਚ ਮਲਟੀਪਲ ਡਰਾਈਵਸ ਦੇ ਵਿੱਚ ਕਰ ਦਿੰਦੇ ਹਾਂ। ਠੀਕ ਹੈ, ਡਾਟਾ ਰੱਖਣ ਵਾਸਤੇ। ਓਕੇ ਜੀ। ਉਹ ਅਕੋਰਡਿੰਗ ਟੂ ਯੂਜ਼ਰ ਦੀ ਚੋਇਸ ਆ, ਉਹ 3 'ਚ ਕਰ ਲਵੇ, 2 'ਚ ਕਰ ਲਵੇ, 5 'ਚ ਕਰ ਲਵੇ, ਜਿੰਨੇ 'ਚ ਮਰਜ਼ੀ ਕਰ ਸਕਦਾ। ਠੀਕ ਹੈ, ਕਲੀਅਰ ਹੈ ਜੀ। ਹਾਰਡ ਡਿਸਕ ਹੁੰਦੀ ਕੀ ਹੈ। ਨੈਕਸਟ ਪੜ੍ਹਦੇ ਹਾਂ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਪੜ੍ਹਦੇ ਹੁੰਦਾ ਕੀ ਹਾਰਡ ਡਿਸਕ। ਦੇਖੋ ਹਾਰਡ ਡਿਸਕ ਕੀ ਹੁੰਦੀ ਹੈ, ਦੇਖੋ ਇਹਦੇ ਵਿੱਚ ਦੇਖੋ, ਇਹਦੇ ਵਿੱਚ ਦੇਖੋ ਕੀ ਆ, ਪਹਿਲਾਂ ਕੀ ਆ, ਇਹ ਕੀ ਆ, ਸਟੋਰੇਜ ਡਿਵਾਈਸ ਆ ਕੰਪਿਊਟਰ ਦੇ ਵਿੱਚ। ਦੂਸਰਾ ਕੀ ਆ, ਸੈਕੰਡਰੀ ਸਟੋਰੇਜ ਡਿਵਾਈਸ ਤਾਂ ਕਹਿੰਦੇ, ਦੇਖੋ ਤੁਹਾਨੂੰ ਮੈਂ ਪੜ੍ਹਾਇਆ ਸੀ, ਪ੍ਰਾਇਮਰੀ ਮੈਮਰੀ ਹੁੰਦੀ, ਸੈਕੰਡਰੀ ਮੈਮਰੀ ਹੁੰਦੀ ਆ। ਅਤੇ ਸਟੋਰ ਕਰਦੀ ਹੈ 0 ਅਤੇ 1 ਦੀ ਫੋਰਮ 'ਚ। ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਜਿਹੜੀ ਡਿਜੀਟਲ ਹੁੰਦਾ, ਅੱਜ ਕੱਲ੍ਹ ਡਿਜੀਟਲ ਕਿਹਦੀ ਫੋਰਮ 'ਚ ਆ ਰਿਹਾ, 0 ਅਤੇ 1 ਦੀ ਫੋਰਮ 'ਚ ਆ ਰਿਹਾ, ਬਾਈਨਰੀ ਨੰਬਰ ਦੇ ਵਿੱਚ ਆ ਰਿਹਾ। ਠੀਕ ਹੈ, ਅਤੇ 0 ਅਤੇ 1 ਦੀ ਫੋਰਮ 'ਚ ਆ ਰਿਹਾ। ਹੁਣ ਉਸ ਤੋਂ ਬਾਅਦ ਦੇਖੋ ਦੇਖੋ ਲਿਖਿਆ ਹੋਇਆ ਨਾ, ਦ ਆਪਰੇਟਿੰਗ ਸਿਸਟਮ। ਦੇਖੋ ਵਿੰਡੋ ਨੂੰ ਆਪਰੇਟਿੰਗ ਸਿਸਟਮ ਕਹਿੰਦੇ ਆ। ਆਪਾਂ ਕੋਈ ਵਿੰਡੋ ਪਾਉਣੇ ਨਾ, ਜਿਵੇਂ ਵਿੰਡੋ ਆਪਾਂ ਵਿਸਟਾ ਪਾ ਲਈ, ਵਿੰਡੋ 7 ਪਾ ਲਈ, ਵਿੰਡੋ 10 ਪਾ ਲਈ, ਵਿੰਡੋ 8 ਪਾ ਲਈ। ਠੀਕ ਹੈ, ਤਾਂ ਵਿੰਡੋ ਨੂੰ ਆਪਰੇਟਿੰਗ ਸਿਸਟਮ ਕਹਿੰਦੇ ਆ। ਠੀਕ ਹੈ, ਸੌਫਟਵੇਅਰ ਐਂਡ ਮੋਸਟ ਅਦਰ ਫਾਈਲਸ ਆਰ ਸਟੋਰਡ ਇਨ ਦਾ HDD। HDD ਦਾ ਮਤਲਬ ਕੀ ਆ, ਹਾਰਡ ਡਿਸਕ ਡਰਾਈਵ। ਠੀਕ ਹੈ ਜੀ, ਮੇਨ ਆਪਰੇਟਿੰਗ ਸਿਸਟਮ ਇਹਦੇ ਵਿੱਚ ਹੀ ਸਟੋਰ ਹੁੰਦਾ ਆਪਣਾ। ਓਕੇ ਜੀ, ਨੈਕਸਟ ਆਪਾਂ ਚੱਲਦੇ ਹਾਂ। ਠੀਕ ਹੈ, ਦੇਖੋ ਤੁਸੀਂ ਸਕਰੀਨ ਆਪਣੀ ਵੀਡੀਓ ਪੌਜ਼ ਕਰਕੇ ਪੜ੍ਹ ਲਿਓ। ਵੈਸੇ ਇੰਨਾ ਕੋਈ ਜ਼ਿਆਦਾ ਨਹੀਂ ਆਉਂਦਾ ਗਾ ਇਹਦੇ ਵਿੱਚ, ਸਿਰਫ ਤੁਹਾਡੇ ਨੌਲੇਜ ਵਾਸਤੇ ਮੈਂ ਇਹ ਡਾਇਗਰਾਮ ਐਡ ਕੀਤੀ ਆ। ਠੀਕ ਹੈ, ਅਲੱਗ-ਅਲੱਗ ਪਾਰਟ ਹੈ, ਅਲੱਗ-ਅਲੱਗ ਪਾਰਟ ਨੂੰ ਕਹਿੰਦੇ ਕੀ ਆ। ਠੀਕ ਹੈ, ਵੈਸੇ ਐਗਜ਼ਾਮ ਦੇ ਵਿੱਚ ਇੱਦਾਂ ਕੋਈ ਕੁਐਸਚਨ ਨਹੀਂ ਆਉਂਦਾ ਇਹਦੇ ਉੱਪਰ, ਪਰ ਫਿਲਹਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਹਾਰਡ ਡਿਸਕ ਦੇ ਵਿੱਚ ਕਿਹੜੇ-ਕਿਹੜੇ ਪਾਰਟ ਹੁੰਦੇ ਆ। ਠੀਕ ਹੈ, ਤੁਹਾਡੀ ਨੌਲੇਜ ਵਾਸਤੇ ਮੈਂ ਇਹ ਐਡ ਕੀਤੀ ਹੋਈ ਆ, ਤੁਸੀਂ ਇਹਨੂੰ ਦੇਖ ਲਿਓ ਵੀਡੀਓ ਪੌਜ਼ ਕਰਕੇ। ਦੇਖੋ ਜਿਹੜਾ ਕੁਛ ਹੁਣ ਜਿਹੜੀ ਸਲਾਈਡ ਆ, ਇਹ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹਦੇ ਵਿੱਚੋਂ ਕੁਐਸਚਨ ਬਣਦੇ ਕਾਫੀ ਵਾਰੀ। ਕਲੀਅਰ ਪੁੱਛ ਲੈਂਦੇ ਆ, ਟਰੈਕ ਕੀ ਹੁੰਦਾ ਹੈ, ਸੈਕਟਰ ਕੀ ਹੁੰਦਾ ਹੈ, ਸਿਲੰਡਰ ਕੀ ਹੁੰਦਾ ਹੈ। ਠੀਕ ਹੈ, ਇਹਦੇ ਵਿੱਚ ਹਾਰਡ ਡਿਸਕ ਦਾ ਅੰਦਰਲਾ ਪਾਰਟ ਆ, ਉਹ ਦੇਖੀ ਤੁਹਾਨੂੰ ਮੈਂ ਦਿਖਾਈ ਸੀ ਨਾ, CD ਜੀ, ਜਿਹੜੀ ਬਾਹਰੋਂ ਮੈਗਨੈਟਿਕ ਬਣੀ ਹੋਈ ਸੀ, ਸਟੀਲ ਦੀ ਬਣੀ ਹੋਈ ਸੀ, ਸਮਝ ਲਓ ਪੰਜਾਬੀ 'ਚ ਆਪਾਂ ਕਹਿ ਦਿੰਦੇ ਸਟੀਲ ਦੀ ਬਣੀ ਹੋਈ ਹੈ। ਉਹ ਅੰਦਰੋਂ ਇੱਦਾਂ ਬਣੀ ਹੁੰਦੀ ਆ। ਹੁਣ ਤੁਹਾਨੂੰ ਦੱਸਦਾ ਮੈਂ ਸਮਝਾਉਣਾ ਹੁੰਦਾ ਕੀ ਆ। ਪਹਿਲਾਂ ਤਾਂ ਤੁਹਾਨੂੰ ਦੱਸਿਆ ਮੈਂ, ਰੀਡ ਰਾਈਟ ਹੈਡ ਹੁੰਦਾ। ਰੀਡ ਰਾਈਟ ਹੈਡ ਦਾ ਕੰਮ ਕੀ ਹੁੰਦਾ, ਇਨਫੋਰਮੇਸ਼ਨ ਨੂੰ ਰੀਡ ਕਰਨਾ ਅਤੇ ਰਾਈਟ ਕਰਨਾ। ਦੇਖੋ ਆਪਾਂ ਡਿਸਕ ਜਿਹੜੀ ਹਾਰਡ ਡਿਸਕ ਉਹਦੇ ਵਿੱਚ ਆਪਾਂ ਡਾਟਾ ਐਡ ਵੀ ਕਰ ਸਕਦੇ ਹਾਂ ਮੰਨ ਲਓ, ਅਤੇ ਡਿਲੀਟ ਵੀ ਕਰ ਸਕਦੇ ਹਾਂ, ਹੈ ਨਾ, ਅਤੇ ਪੜ੍ਹ ਵੀ ਸਕਦੇ ਹਾਂ। ਤਾਂ ਉਹ ਰੀਡ ਰਾਈਟ ਕੌਣ ਕਰਦਾ, ਹੈਡ ਦਾ ਕੰਮ ਹੁੰਦਾ ਹੈ। ਠੀਕ ਹੈ,
ਆ ਲਿਖੋ ਲਿਖਿਆ ਹੋਇਆ ਕਿਹਦੇ ਉੱਪਰ ਹੈਡ ਰੀਡ ਰਾਈਟ ਕਰਦਾ, ਮੈਗਨੈਟਿਕ ਮੀਡੀਅਮ ਦੇ ਉੱਪਰ ਕਰਦਾ, ਜਿਹਨੂੰ ਕੀ ਕਹਿੰਦੇ ਆਪਾਂ ਪਲੇਟਰ ਕਹਿੰਦੇ ਆ। ਠੀਕ ਹੈ, ਇਹ ਪੜ੍ਹ ਲਿਓ। ਹੁਣ ਸਟਰਕਚਰ ਬਹੁਤ ਇੰਪੋਰਟੈਂਟ ਹੈ ਜੀ। ਸਟਰਕਚਰ ਦੇ ਵਿੱਚ ਕੀ ਹੈ, 3 ਚੀਜ਼ਾਂ ਹੁੰਦੀਆਂ, ਟਰੈਕ ਹੋ ਗਿਆ, ਸੈਕਟਰ ਹੋ ਗਿਆ, ਸਿਲੰਡਰ ਹੋ ਗਿਆ। ਠੀਕ ਹੈ, ਆਪਾਂ ਹੁਣ ਨੈਕਸਟ ਪੜ੍ਹਦੇ ਹਾਂ ਟਰੈਕ, ਸੈਕਟਰ ਤੇ ਸਿਲੰਡਰ ਹੁੰਦਾ ਕੀ ਹੈ। ਠੀਕ ਹੈ, ਟਰੈਕ ਆਪਾਂ ਵੈਸੇ ਹੀ ਬੋਲਦੇ ਨਾ, ਗਾਣੇ ਨੂੰ ਵੀ ਟਰੈਕ ਕਹਿ ਦਿੰਦੇ ਆਪਾਂ। ਆਹ ਦੇਖੋ ਕਹਿੰਦਾ ਟਰੈਕ ਕੀ ਚੀਜ਼ ਆ, ਕਹਿੰਦਾ ਟਰੈਕ ਕੀ ਆ, ਦਾ ਹਾਰਡ ਡਿਸਕ ਡਰਾਈਵ ਇਜ਼ ਡਿਵਾਈਡਡ ਇਨਟੂ ਨੰਬਰ ਆਫ ਕੰਸੈਂਟਰਿਕ ਸਰਕਲਸ। ਠੀਕ ਹੈ, ਸਰਕਲਸ ਇਜ਼ ਕਾਲਡ ਟਰੈਕਸ। ਮੈਂ ਤੁਹਾਨੂੰ ਸਮਝਾਈ ਸੀ ਨਾ ਡਾਇਗਰਾਮ ਹੁਣੀ। ਆਹ ਦੇਖੋ ਇੱਦਾਂ ਬਣੀ ਹੋਈ ਆ, ਇਹ ਦੇਖੋ ਐਂ ਬਣੀ ਹੋਈ ਆ, ਇਹ ਹੋ ਗਈ ਟਰੈਕ ਤੁਹਾਡੀ। ਸਮਝ ਗਏ ਟਰੈਕ ਕੀ ਹੁੰਦੇ ਆ, ਗੋਲ ਗੋਲ ਬਣੇ ਹੋਏ ਆ, ਤਾਂ ਉਹ ਡਿਵਾਈਡ ਹੁੰਦੀ ਆ ਟਰੈਕ ਦੇ ਵਿੱਚ। ਸਰਕੂਲਰ ਪਾਥ ਹੁੰਦਾ, ਸਰਕੂਲਰ ਪਾਥ ਨੂੰ ਕੀ ਕਹਿ ਦਿੰਦੇ ਆਪਾਂ, ਟਰੈਕ ਕਹਿ ਦਿੰਦੇ ਆ। ਸਮਝ ਆ ਗਈ ਜੀ ਟਰੈਕ ਕੀ ਹੁੰਦਾ, ਸਰਕੂਲਰ ਪਾਥ। ਠੀਕ ਹੈ, ਹੁਣ ਆ ਗਿਆ ਸੈਕਟਰ। ਸੈਕਟਰ ਕੀ ਹੁੰਦਾ ਦੇਖੋ, ਤੁਹਾਨੂੰ ਮੈਂ ਪਹਿਲਾਂ ਸਮਝਾ ਦਿੰਦਾ। ਸੈਕਟਰ ਕੀ ਹੈ, ਮੰਨ ਲਓ ਆਹ ਹੋ ਗਈ ਤੁਹਾਡੀ ਡਿਵਾਈਡ ਕਰਤੀ ਮੈਂ। ਠੀਕ ਹੈ, ਜਿਹੜਾ ਡਿਵਾਈਡ ਕਰਤੀ, ਇਹ ਇੱਕ ਸੈਕਟਰ ਹੋ ਗਿਆ ਫਸਟ, ਇਹ ਸੈਕੰਡ ਸੈਕਟਰ ਹੋ ਗਿਆ। ਠੀਕ ਹੈ, ਇਹ ਥਰਡ ਸੈਕਟਰ ਹੋ ਗਿਆ, ਇਹ ਫੋਰਥ ਸੈਕਟਰ ਹੋ ਗਿਆ। ਡਾਇਗਰਾਮ ਜਿੰਨੀ ਕੁ ਸੋਹਣੀ ਬਣੀ ਮੈਂ ਤੁਹਾਡੇ ਸਾਹਮਣੇ ਬਣਾਤੀ ਹੈ। ਠੀਕ ਹੈ, ਫਿਲਹਾਲ ਤੁਸੀਂ ਸਮਝ ਲਓ ਹੁੰਦਾ ਕੀ ਸੈਕਟਰ। ਠੀਕ ਹੈ, ਇਹ ਡਿਵਾਈਡ ਕੀਤਾ ਹੁੰਦਾ, ਇਹਨੂੰ ਕੀ ਕਹਿ ਦਿੰਦੇ ਆ ਆਪਾਂ, ਸੈਕਟਰ ਕਹਿ ਦਿੰਦੇ ਆ। ਕਲੀਅਰ ਹੈ ਜੀ। ਹੁਣ ਸਿਲੰਡਰ ਕੀ ਹੋ ਗਿਆ, ਉਹ ਤੁਹਾਨੂੰ ਮੈਂ ਸਮਝਾ ਦੇਣਾ ਪਿਛਲੀ ਸਲਾਈਡ 'ਚ। ਇੱਕ ਵਾਰੀ ਆਪਾਂ ਵਾਪਸ ਚੱਲਦੇ ਹਾਂ। ਦੇਖੋ ਆ ਦੇਖੋ ਟਰੈਕ ਸਮਝ ਆ ਗਈ। ਠੀਕ ਹੈ, ਜਿਹੜਾ ਏ ਸੀਗਾ ਟਰੈਕ ਸੀਗਾ, ਆ ਦੇਖੋ ਟਰੈਕ ਸਮਝ ਆ ਗਈ। ਠੀਕ ਹੈ, ਸੈਕਟਰ ਸਮਝ ਆ ਗਈ, ਜਿਵੇਂ ਆ ਦੇਖੋ ਬਲੂ ਹੋਇਆ ਹੋਇਆ, ਇਹ ਸੈਕਟਰ ਹੈ। ਹੁਣ ਜਿਹੜਾ ਸਿਲੰਡਰ ਕੀ ਹੈ, ਸਿਲੰਡਰ ਦੇਖੋ ਕੀ ਚੀਜ਼, ਸਿਲੰਡਰ ਕੀ ਚੀਜ਼ ਹੈ, ਦੇਖੋ ਆ ਰੈੱਡ ਕਲਰ ਦੀ ਆ ਰਹੀ ਹੈ ਤੁਹਾਨੂੰ ਨਜ਼ਰ। ਠੀਕ ਹੈ, ਰੈੱਡ ਕਲਰ ਨਜ਼ਰ ਆ ਰਹੀ ਹੈ। ਦੇਖੋ ਅਗਰ ਇਹਦੇ ਉੱਪਰ ਮੈਂ ਇੱਕ ਹੋਰ ਇੱਕ ਤੁਹਾਡੇ ਸਾਹਮਣੇ ਇੱਕ ਡਿਵਾਈਡ ਕਰ ਦਿੰਦਾ, ਜਿਵੇਂ ਮੰਨ ਲਓ ਮੈਂ ਇੱਕ ਹੋਰ ਕਰਤਾ, ਇੱਕ ਹੋ ਗਿਆ ਸੈਕੰਡ ਸਿਲੰਡਰ ਹੋ ਗਿਆ, ਇੱਕ ਹੋਰ ਕਰ ਦਿੰਦਾ, ਇਹ ਥਰਡ ਸਿਲੰਡਰ ਹੋ ਗਿਆ। ਠੀਕ ਹੈ, ਹੁਣ ਕੀ ਹੈ ਟਰੈਕ ਤੇ ਸਿਲੰਡਰ ਵਿੱਚ ਫਰਕ ਕੀ ਹੈ, ਜਿਵੇਂ ਮੰਨ ਲਓ ਮੈਂ ਆਹ ਕੀ ਕੀਤਾ, ਇੱਕ ਟਰੈਕ ਹੋ ਗਿਆ, ਆਹ ਕੀ ਹੋ ਗਿਆ, ਸੈਕੰਡ ਟਰੈਕ ਹੋ ਗਿਆ। ਪਰ ਸਿਲੰਡਰ ਕੀ ਹੁੰਦਾ, ਜਿਵੇਂ ਮੰਨ ਲਓ ਮੈਂ ਸਿਲੰਡਰ, ਜਿਵੇਂ ਆਹ ਮੈਂ ਬਾਹਰਲੀ ਜਿਹੜੀ ਵਿੰਡੋ ਵਾਈ ਹੈ ਸਿਲੰਡਰ ਦੀ ਆ, ਅਤੇ ਜਿਹੜੀ ਇੱਕ ਸਿਲੰਡਰ ਦੇ ਅੰਦਰ ਕੀ ਹੋ ਸਕਦਾ, ਨੰਬਰ ਆਫ ਟਰੈਕਸ ਹੋ ਸਕਦੇ, ਜਿਵੇਂ 1 2 3 4 ਹੈ ਨਾ। ਠੀਕ ਹੈ, ਸਿਲੰਡਰ ਦੇ ਅੰਦਰ ਕੀ ਹੋਣਗੇ, ਟਰੈਕਸ ਹੋਣਗੇ। ਠੀਕ ਹੈ ਜੀ, ਕਲੀਅਰ ਹੈ। ਹੁਣ ਸਾਨੂੰ ਦੁਬਾਰਾ ਸਮਝਾ ਦਿੰਦਾ ਥੋੜ੍ਹਾ ਜਿਹਾ। ਠੀਕ ਹੈ, ਟਰੈਕ ਕੀ ਚੀਜ਼ ਹੁੰਦੀ ਆ, ਇਹ ਇੱਕ ਟਰੈਕ ਹੋ ਗਿਆ, ਸੈਕੰਡ ਟਰੈਕ ਹੋ ਗਿਆ, ਥਰਡ ਟਰੈਕ ਹੋ ਗਿਆ। ਮੰਨ ਲਓ 3 ਟਰੈਕ ਦੇ ਅੰਦਰ ਕੀ ਆ, ਇੱਕ ਸਿਲੰਡਰ ਦੇ ਅੰਦਰ ਕੀ ਆ, 3 ਟਰੈਕ ਨੇ, ਆਹ ਸਿਲੰਡਰ ਹੋ ਗਿਆ। ਠੀਕ ਹੈ ਜੀ, ਉਹਦੇ ਅੰਦਰ ਕੀ ਹੈ, 3 ਟਰੈਕ ਨੇ। ਤਾਂ ਸੈਕਟਰ ਤੁਹਾਨੂੰ ਮੈਂ ਸਮਝਾਤਾ, ਜਿਵੇਂ ਆ ਡਿਵਾਈਡ ਹੋਇਆ ਹੋਇਆ, ਇਹ ਇੱਕ ਸੈਕਟਰ ਹੈ, ਇਹ ਸੈਕੰਡ ਸੈਕਟਰ ਹੈ, ਇਹ ਥਰਡ ਹੈ, ਫੋਰਥ ਹੈ। ਠੀਕ ਹੈ ਜੀ, ਕਲੀਅਰ ਹੈ। ਇਹ ਪੜ੍ਹ ਲਓ ਰਾਜੇ, ਇੱਕ ਵਾਰੀ ਪੜ੍ਹੋਗੇ ਨਾ ਇਹਨੂੰ ਕਲੀਅਰ ਹੋ ਜਾਊਗਾ। ਇਹਦੇ ਵਿੱਚ ਕੁਐਸਚਨ ਬਣ ਜਾਂਦਾ ਕਿ ਟਰੈਕ ਕੀ ਹੁੰਦਾ, ਸਿਲੰਡਰ ਕੀ ਹੁੰਦਾ, ਸੈਕਟਰ ਕੀ ਹੁੰਦਾ। ਓਕੇ ਜੀ, ਇਹੀ ਹੈ ਹਾਰਡ ਡਿਸਕ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ। ਹੁਣ ਆਪਾਂ ਜਿਹੜੇ ਦੇਖੋ ਆਪਟੀਕਲ ਸਟੋਰੇਜ ਕਰਨੀ ਅੱਗੇ। ਠੀਕ ਹੈ, ਇਹ ਮੈਗਨੈਟਿਕ ਸੀ, ਜਿਹੜੀ ਪਿੱਛੇ ਵਾਲੀ ਹਾਰਡ ਡਿਸਕ ਮੈਗਨੈਟਿਕ ਦੇ ਵਿੱਚ ਆਉਂਦੀ ਆ। ਠੀਕ ਹੈ, ਮੈਗਨੈਟਿਕ ਟੇਪ ਮੈਂ ਤਾਂ ਨਹੀਂ ਪੜ੍ਹਾਇਆ ਕਿਉਂਕਿ ਅੱਜ ਕੱਲ੍ਹ ਯੂਜ਼ ਨਹੀਂ ਹੁੰਦੀ, ਕੁਐਸਚਨ ਵੀ ਬਹੁਤ ਘੱਟ ਪੁੱਛਦੇ ਆ। ਮੈਗਨੈਟਿਕ ਉਹ ਰੀਲ ਵਾਲਾ ਪੜ੍ਹ ਲਿਓ, ਜੇ ਪੜ੍ਹਨਾ ਹੋਇਆ ਤਾਂ, ਜੇ ਕਹੋਗੇ ਤਾਂ ਮੈਂ ਅਗਲੀ ਵੀਡੀਓ ਦੇ ਵਿੱਚ ਸਲਾਈਡ ਇੱਕ ਅੱਧੀ ਐਡ ਕਰ ਦੂੰਗਾ ਉਹਦੀ। ਫਿਲਹਾਲ ਉਹ ਇੰਨਾ ਇੰਪੋਰਟੈਂਟ ਨਹੀਂ ਹੈ। ਜਿਹੜਾ ਇੰਪੋਰਟੈਂਟ ਕੀ ਹੈ ਆਪਣਾ, ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ ਮੈਂ ਆਪਟੀਕਲ ਸਟੋਰੇਜ ਹੁੰਦੀ ਕੀ ਹੈ। ਠੀਕ ਹੈ ਜੀ, ਆਪਟੀਕਲ ਸਟੋਰੇਜ ਪੜ੍ਹੋ ਕੀ ਹੁੰਦਾ। ਆਪਟੀਕਲ ਸਟੋਰੇਜ ਕਹਿੰਦਾ ਕੀ ਹੈ, ਡਾਟਾ ਦੈਟ ਇਜ਼ ਸਟੋਰਡ ਔਨ ਦਾ ਆਪਟੀਕਲ ਰੀਡਏਬਲ ਮੀਡੀਅਮ। ਠੀਕ ਹੈ, ਰੀਡੇਬਲ ਮੀਡੀਅਮ ਦੇ ਵਿੱਚ ਹੁੰਦਾ, ਜਿਹਨੂੰ ਕੀ ਕਹਿੰਦੇ ਆ, ਲਾਈਟ ਇਜ਼ ਯੂਜ਼ ਟੂ ਐਡ ਦਾ ਡਿਵਾਈਸ ਇਨ ਰੀਡਿੰਗ ਦਾ ਡਾਟਾ ਦੈਟ ਸਟੋਰਡ। ਹੁਣ ਦੇਖੋ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਆਪਟੀਕਲ ਦੇ ਵਿੱਚ ਕੀ ਹੁੰਦਾ, ਯੂਜ਼ ਹੁੰਦਾ ਲਾਈਟ, ਜਿਹਨੂੰ ਕੀ ਕਹਿੰਦੇ ਆ, ਲੇਜ਼ਰ ਬੀਮ, ਲੇਜ਼ਰ ਬੀਮ ਕਹਿ ਦਿੰਦੇ ਆ। ਠੀਕ ਹੈ ਜੀ, ਹੁਣ ਆਪਟੀਕਲ ਸਟੋਰੇਜ ਦੀ ਰੇਂਜ ਕੀ ਹੈ, ਫਰੋਮ CD ਰੋਮਸ ਟੂ ਵਿਚ ਆਰ ਐਸਟੈਬਲਿਸ਼ ਇਨ 1982। ਸਭ ਤੋਂ ਪਹਿਲਾਂ CD ਹੋਈ ਸੀਗੀ, CD ਰੋਮ ਸੀਗਾ। CD ਰੋਮ ਕੀ ਹੁੰਦਾ, ਇੱਕ ਡਰਾਈਵ ਹੁੰਦੀ ਜਿਹਦੇ ਅੰਦਰ ਕੀ ਪੈਂਦੀ, CD ਪੈਂਦੀ, ਟਰੇਜ ਹੀ ਨਹੀਂ ਹੁੰਦੀ ਕੰਪਿਊਟਰ ਦੇ ਵਿੱਚ, ਉਹਨੂੰ ਆਪਾਂ ਕਲਿੱਕ ਕਰਦੇ ਹਾਂ। ਜਾਂ ਪੁਰਾਣੇ ਘਰਾਂ 'ਚ ਆਪਣੇ ਪਹਿਲਾਂ ਆਪਾਂ ਕਹਿੰਦੇ ਸੀ ਨਾ CD ਲੈ ਕੇ ਆਓ, ਉਹ CD ਲੈ ਕੇ ਆਉਂਦੇ ਸੀ ਨਾ, ਇੱਦਾਂ ਬਾਕਸ ਜਿਹਾ ਹੁੰਦਾ ਸੀ, ਉਹਦੇ ਵਿੱਚ CD ਪਾਉਂਦੇ ਸੀ, ਆਪਾਂ ਫਿਲਮਾਂ ਦੇਖਦੇ ਹੁੰਦੇ ਸੀਗੇ, ਉਹਨੂੰ ਕਹਿੰਦੇ CD ਰੋਮਸ। ਠੀਕ ਆ, ਆਹ ਜ਼ਿਆਦਾ ਪੜ੍ਹਨ ਦੀ ਜ਼ਰੂਰਤ ਨਹੀਂ ਕਿ 1982 'ਚ ਕੀ ਹੋਇਆ ਸੀ ਜਾਂ ਕੀ ਨਹੀਂ। ਠੀਕ ਹੈ, ਉਹ ਸਿਰਫ ਤੁਹਾਡੀ ਨੌਲੇਜ ਵਾਸਤੇ ਮੈਂ ਐਡ ਕੀਤਾ ਹੋਇਆ। ਠੀਕ ਹੈ, ਜਿਹੜੀ ਅੱਜ ਕੱਲ੍ਹ ਇੱਕ ਚੀਜ਼ ਪੜ੍ਹ ਲਿਓ, ਜਿਹੜੀ ਅੱਜ ਕੱਲ੍ਹ ਲੇਟੈਸਟ CD ਚੱਲ ਰਹੀ ਆ, ਉਹਨੂੰ ਕੀ ਕਹਿੰਦੇ ਆ, ਉਹਨੂੰ ਕਹਿੰਦੇ ਆ ਬਲੂ ਰੇ ਡਿਸਕ। ਠੀਕ ਹੈ, ਉਹ ਮੈਂ ਅੱਗੇ ਸਲਾਈਡ ਦੇ ਵਿੱਚ ਕਰਾਇਆ ਹੋਇਆ। ਠੀਕ ਹੈ, ਚਲੋ ਨੈਕਸਟ ਪੜ੍ਹਦੇ ਹਾਂ ਆਪਾਂ। ਹੁਣ CD ਸਭ ਨੇ ਦੇਖੀ ਹੋਏਗੀ, ਜਿਹਨੂੰ ਕੰਪੈਕਟ ਡਿਸਕ ਬੋਲਦੇ ਆ। CD ਦੀ ਫੁੱਲ ਫਾਰਮ ਵੀ ਆ ਜਾਂਦੀ ਆ। ਠੀਕ ਹੈ, ਤਾਂ CD ਕੀ ਹੁੰਦੀ, ਸਿਰਫ ਆਪਾਂ ਇਹਨੂੰ ਰੀਡ ਕਰ ਸਕਦੇ ਹਾਂ, ਇਹਦੇ ਅੰਦਰ ਆਪਾਂ ਰਾਈਟ ਨਹੀਂ ਕਰ ਸਕਦੇ। ਚਲੋ ਅੱਜ ਕੱਲ੍ਹ ਤਾਂ ਆ ਗਈ, ਉਹ RW ਵਾਲੀ ਆ ਗਈ ਨਾ, ਰੀਡ ਰਾਈਟ ਵਾਲੀ ਆ ਗਈ, ਨਵੀਂ CD ਆਈ ਹੋਈ ਆ। CD ਦਾ ਅੱਜ ਕੱਲ੍ਹ ਕੋਈ ਲੈਂਦਾ ਨਹੀਂ, DVD ਲੈ ਲੈਂਦੇ ਆ। ਠੀਕ ਹੈ, ਰੀਡ ਰਾਈਟ ਵਾਲੀ ਆ ਗਈ ਸੀਗੀ, ਲੇਕਿਨ ਜਿਹੜੀ ਪਹਿਲਾਂ CD ਸੀਗੀ ਉਹ ਕੀ ਸੀ, ਸਿਰਫ ਉਹਨੂੰ ਆਪਾਂ ਰੀਡ ਓਨਲੀ ਮੈਮਰੀ ਕਹਿੰਦੇ ਸੀਗੇ। ਠੀਕ ਹੈ, ਤਾਂ ਮੈਕਸੀਮਮ ਉਹ 'ਚ 800 MB ਤੱਕ ਡਾਟਾ ਹੁੰਦਾ ਸੀਗਾ ਪਹਿਲਾਂ ਜਿਹੜੀ CD ਆਉਂਦੀ ਸੀਗੀ। ਤਾਂ ਜਿਹੜਾ ਡਾਟਾ ਇੱਕ ਵਾਰੀ ਆਪਾਂ ਐਡ ਕਰਤਾ, ਉਹਨੂੰ ਆਪਾਂ ਐਡਿਟ ਨਹੀਂ ਕਰ ਸਕਦੇ ਸੀਗੇ। ਠੀਕ ਹੈ, ਤਾਂ ਪਰਮਾਨੈਂਟ ਮੈਨਰ ਦੇ ਵਿੱਚ ਡਾਟਾ ਕੀ ਹੁੰਦਾ ਸੀਗਾ, ਸਟੋਰ ਹੁੰਦਾ ਸੀਗਾ। ਹਾਂ, ਜੇ CD ਦੇ ਉੱਪਰ ਜ਼ਿਆਦਾ ਡਸਟ ਲੱਗ ਗਈ ਜਾਂ ਇਹ ਘਸ ਗਈ ਤਾਂ ਕਰਕੇ ਕੀ ਹੋ ਜਾਂਦਾ ਸੀ, ਡਾਟਾ ਐਕਸੀਡੈਂਟਲੀ ਕੀ ਹੋ ਜਾਂਦਾ ਸੀਗਾ, ਡਿਲੀਟ ਹੋ ਜਾਂਦਾ ਸੀ, ਅਦਰਵਾਈਜ਼ ਡਿਲੀਟ ਨਹੀਂ ਹੁੰਦਾ ਸੀਗਾ। ਠੀਕ ਹੈ ਜੀ, CD ਪੜ੍ਹ ਲਿਓ, ਸਿੰਪਲ ਹੀ ਹੈ CD ਤਾਂ। ਨੈਕਸਟ ਪੜ੍ਹੋ ਦੇਖੋ DVD। ਹੁਣ DVD ਦੀ ਫੁੱਲ ਫਾਰਮ ਬਹੁਤ ਪੁੱਛਦੇ ਆ, ਇਹਨੂੰ ਬੋਲਦੇ ਆ ਡਿਜੀਟਲ ਵਰਸੇਟਾਈਲ ਡਿਸਕ ਕਹਿੰਦੇ ਆ। ਠੀਕ ਹੈ, ਕੋਈ ਗਲਤ ਨਹੀਂ ਲਿਖ ਕੇ ਆਉਣਾ, ਡਿਜੀਟਲ ਵਰਸੇਟਾਈਲ ਡਿਸਕ ਕਹਿੰਦੇ ਆ। ਠੀਕ ਹੈ, ਤਾਂ ਇਹਨੂੰ ਆਪਾਂ ਰੈਂਡਮ ਐਕਸੈਸ ਵੀ ਕਰ ਸਕਦੇ ਹਾਂ, ਸਿਕੁਐਂਸ਼ੀਅਲ ਐਕਸੈਸ ਵੀ ਕਰ ਸਕਦੇ ਹਾਂ CD ਨੂੰ। ਠੀਕ ਹੈ, ਤਾਂ ਜਿਹੜੀ DVD DVD ਨੂੰ ਆਪਾਂ ਰੈਂਡਮ ਵੀ ਕਰ ਸਕਦੇ ਹਾਂ, ਸਿਕੁਐਂਸ਼ੀਅਲ ਵੀ ਕਰ ਸਕਦੇ ਹਾਂ। ਠੀਕ ਹੈ, ਤਾਂ ਇਹ ਕੀ ਕਰ ਸਕਦੇ ਆ,
ਇਹ 4.5 GB ਡਾਟਾ ਕੀ ਕਰਦੀ ਹੈ, ਸਟੋਰ ਕਰਦੀ, ਜਿਹਨੂੰ 4.7 ਵੀ ਬੋਲ ਦਿੰਦੇ, 4.5 ਵੀ ਬੋਲ ਦਿੰਦੇ ਆ। ਠੀਕ ਹੈ, ਇਹ ਡਿਊਅਲ ਲੇਅਰ ਹੁੰਦੀ ਹੈ। ਡਿਊਅਲ ਲੇਅਰ ਹੁੰਦੀ ਕਰਕੇ ਤਾਂ ਕਿ ਜ਼ਿਆਦਾ ਅਮਾਊਂਟ ਆਫ ਡਾਟਾ ਸਟੋਰ ਕਰਦੀ ਹੈ। CD ਸਿੰਗਲ ਲੇਅਰ ਹੁੰਦੀ ਆ। ਹੁਣ ਉਹ ਲੇਅਰ ਦੀ ਗੱਲ ਜੇ ਤੁਸੀਂ ਸਮਝੋਗੇ ਨਾ, ਜਦੋਂ ਦੇਖੋਗੇ ਇਹਦੇ ਵਿੱਚ ਇੱਕ ਚਮਕੀਲਾ ਜਿਹਾ ਪਦਾਰਥ ਹੁੰਦਾ, ਉਹਨੂੰ ਲੇਅਰ ਕਹਿੰਦੇ ਆ। CD ਆਪਾਂ ਵੈਸੇ ਵੀ ਆਪਾਂ ਕਈ ਵਾਰੀ ਅੱਜ ਕੱਲ੍ਹ ਦੇਖਿਆ ਨਾ, ਕਈ ਪੁਰਾਣੇ ਟਾਈਮ 'ਤੇ ਉਹ ਗੱਡੀ ਦੇ ਵਿੱਚ ਟੰਗ ਲੈਂਦੇ ਸੀਗੇ, ਉਹ ਸ਼ੀਸ਼ੇ ਦੇ ਨਾਲ, ਹੈਂਗਰ ਦੇ ਨਾਲ, ਉਹ ਸਿਰਫ ਸ਼ੋਅ ਵਾਸਤੇ ਵੀ ਹਾਂ ਸਾਡੀ ਗੱਡੀ ਸੋਹਣੀ ਲੱਗੇ, ਕਿਉਂਕਿ ਉਹ ਚਮਕੀਲੀ ਜੀ ਹੁੰਦੀ ਸੀਗੀ। ਠੀਕ ਹੈ, ਕਲੀਅਰ ਹੈ ਜੀ। ਉਸ ਤੋਂ ਬਾਅਦ ਨੈਕਸਟ ਦੇਖੋ ਆਪਾਂ ਕੀ ਦੇਖੋ, ਦੇਖੋ ਸਭ ਤੋਂ ਇੰਪੋਰਟੈਂਟ ਆ ਬਲੂ ਰੇ ਡਿਸਕ ਅੱਜ ਕੱਲ੍ਹ ਚੱਲ ਰਹੀ ਹੈ। ਉਹਨੂੰ ਬਲੂ ਰੇ ਡਿਸਕ ਤਾਂ ਕਹਿੰਦੇ ਆ ਕਿਉਂਕਿ ਜਿਹੜੀ ਇਹ 'ਚ ਲੇਜ਼ਰ ਬੀਮ ਯੂਜ਼ ਹੁੰਦੀ ਹੈ ਨਾ, ਉਹਦਾ ਕਲਰ ਰੈੱਡ ਨਹੀਂ ਹੁੰਦਾ, ਕੀ ਹੁੰਦਾ, ਬਲੂ ਹੁੰਦਾ, ਤਾਂ ਕਰਕੇ ਇਹਨੂੰ ਬਲੂ ਰੇਜ਼ ਕਹਿੰਦੇ ਆ। ਬਾਕੀ ਪਹਿਲਾਂ ਵਾਲੀ ਕੀ ਹੁੰਦੇ ਸੀ, ਰੈੱਡ ਹੁੰਦਾ ਸੀਗਾ। ਉਹ ਬਲੂ ਰੇਜ਼ ਯੂਜ਼ ਕਿਉਂ ਕਰਦੇ ਤੁਹਾਨੂੰ ਦੱਸ ਦਿੰਦਾ, ਉਹਦੀ ਵੇਵਲੈਂਥ ਘੱਟ ਹੁੰਦੀ ਆ। ਦੇਖੋ ਬਲੂ ਰੇ ਡਿਸਕ ਕਹਿੰਦਾ ਆਰ ਦਾ ਰੀਸੈਂਟ ਰਿਪਲੇਸਮੈਂਟ ਆਫ DVD ਤੋਂ ਬਾਅਦ ਜਿਹੜੀ ਅਗਲੀ ਜਨਰੇਸ਼ਨ ਦੀ ਚੀਜ਼ ਆਈ ਹੈ, DVD ਵਾਂਗ ਹੀ ਹੁੰਦੀ ਆ, ਦੇਖੋ ਗੋਲ ਤਰ੍ਹਾਂ ਦੀ, ਉਹਨੂੰ ਕੀ ਕਹਿੰਦੇ ਆ, ਬਲੂ ਰੇ ਡਿਸਕ। ਠੀਕ ਹੈ, ਇਹ 50 GB ਤੱਕ ਡਾਟਾ ਸਟੋਰ ਕਰ ਸਕਦੀ ਹੈ ਜੀ, 50 ਤੋਂ 100 ਵੀ ਕਰ ਸਕਦੀ ਹੈ। ਦੇਖੋ ਅਲੱਗ-ਅਲੱਗ ਕੈਪੈਸਿਟੀਜ਼ ਆਉਂਦੀਆਂ ਇਹਦੇ ਵਿੱਚ, ਰੈਂਡਮ ਐਕਸੈਸ ਹੁੰਦੀ ਹੈ ਇਹ। ਤੇ ਇਹਨੂੰ ਬਲੂ ਰੇਜ਼ ਕਿਉਂ ਕਹਿੰਦੇ, ਦੇਖੋ ਉਹੀ ਕੁਐਸਚਨ ਆਉਂਦਾ ਪੇਪਰ ਦੇ ਵਿੱਚ, ਇਹਨੂੰ ਬਲੂ ਰੇਜ਼ ਕਿਉਂ ਕਹਿੰਦੇ, ਕਿਉਂਕਿ ਜਿਹੜੀ ਲੇਜ਼ਰ ਬੀਮ ਵਿੱਚ ਯੂਜ਼ ਹੁੰਦੀ ਹੈ ਉਹ ਕਿਹੜੀ ਕਲਰ ਦੀ ਹੁੰਦੀ ਆ, ਬਲੂ ਕਲਰ ਦੀ ਹੁੰਦੀ ਹੈ। ਠੀਕ ਹੈ ਜੀ, ਉਹਦਾ ਰੀਜ਼ਨ ਇਹੀ ਹੈ, ਉਹਦੀ ਵੇਵਲੈਂਥ ਕੀ ਹੁੰਦੀ ਆ, ਘੱਟ ਹੁੰਦੀ ਹੋਣ ਕਰਕੇ ਨਾ, ਉਹਦੇ ਕਰਕੇ ਉਹ ਡਾਟਾ ਕੀ ਹੈ, ਜ਼ਿਆਦਾ ਅਮਾਊਂਟ 'ਤੇ ਆਪਾਂ ਸਟੋਰ ਕਰ ਸਕਦੀ ਹਾਂ। ਠੀਕ ਹੈ, ਨੈਕਸਟ ਦੇਖੋ ਹੁਣ ਦੇਖੋ ਇੱਕ ਹੋਰ ਚੀਜ਼ ਆਈ ਆ, HD DVD। ਦੇਖੋ HD ਦਾ ਮਤਲਬ ਕੀ ਹੈ, ਹਾਈ ਡੈਫੀਨੇਸ਼ਨ। ਆਪਾਂ ਕਹਿੰਦੇ ਨਾ ਕਿ ਬਹੁਤ ਜ਼ਿਆਦਾ ਕਲੀਅਰ ਵਾਲੀ ਵੀਡੀਓ ਦੇਖਣੀ, ਆਪਾਂ YouTube 'ਤੇ ਦੇਖਦੇ ਹਾਂ, ਆਪਾਂ ਨਾ ਕਹਿੰਦੇ ਨਾ ਕਿ ਆਪਾਂ ਯਾਰ ਕੋਈ ਸੌਂਗ ਸੁਣਨਾ ਜਾਂ ਹਾਈ ਡੈਫੀਨੇਸ਼ਨ ਵਾਲਾ ਸੌਂਗ ਸੁਣਨਾ, ਜਿਹਦੇ ਵਿੱਚ ਕੀ ਹੁੰਦਾ ਕਿ ਨੰਬਰ ਆਫ ਪਿਕਸਲ ਜ਼ਿਆਦਾ ਹੁੰਦੇ, ਰੈਜ਼ੋਲੂਸ਼ਨ ਵਧੀਆ ਹੁੰਦੀ ਉਹਦੀ। ਠੀਕ ਹੈ, ਤੇ ਇਹਨੂੰ ਬੋਲਦੇ ਆ ਹਾਈ ਡੈਂਸਿਟੀ DVD ਬੋਲਦੇ ਆ। ਠੀਕ ਹੈ, 15 GB ਤੱਕ ਡਾਟਾ ਸਟੋਰ ਕਰਦੀ ਆ। ਠੀਕ ਹੈ, ਰੈਂਡਮ ਐਕਸੈਸ ਵਗੈਰਾ ਹੁੰਦਾ, ਇਹਦੇ ਵਿੱਚ ਪੜ੍ਹ ਲਿਓ। ਠੀਕ ਹੈ, ਸਿੰਪਲ, ਬਸ ਇਹਦਾ ਫੁੱਲ ਫਾਰਮ ਯਾਦ ਰੱਖਿਓ। HD ਦਾ ਮਤਲਬ ਕੀ ਆ, ਹਾਈ ਡੈਂਸਿਟੀ ਕਹਿ ਦਿਓ ਜਾਂ ਹਾਈ ਡੈਫੀਨੇਸ਼ਨ ਵੀ ਕਹਿ ਦਿੰਦੇ ਇਹਨੂੰ। ਠੀਕ ਹੈ, ਇੱਕੋ ਗੱਲ ਹੀ ਹੈ। ਓਕੇ ਜੀ, ਨੈਕਸਟ ਦੇਖੋ ਆਪਣਾ ਹੁਣ ਕੀ ਹੈ, ਸਮਾਰਟ ਕਾਰਡ। ਹੁਣ ਸਮਾਰਟ ਕਾਰਡ ਸਭ ਨੇ ਦੇਖਿਆ ਹੋਏਗਾ, ਸਭ ਕੋਲ ATM ਹੋਏਗਾ ਜਾਂ ਸਭ ਕੋਲ ਡਰਾਈਵਿੰਗ ਲਾਇਸੈਂਸ ਹੋਣਗੇ। ਇਹਦੇ ਉੱਪਰ ਕੀ ਹੁੰਦਾ, ਕੁਛ ਨਾ ਕੁਛ ਆਪਾਂ ਆਪਣਾ ਡਾਟਾ ਸਟੋਰ ਕਰ ਸਕਦੇ ਹਾਂ। ਜਿਵੇਂ ਹੁਣ ਡਰਾਈਵਿੰਗ ਲਾਇਸੈਂਸ 'ਤੇ ਅੱਜ ਕੱਲ੍ਹ ਆ ਰਿਹਾ, ਜਾਂ ਆਪਣੇ ਕ੍ਰੈਡਿਟ ਕਾਰਡ ਹੋ ਗਿਆ, ਡੈਬਿਟ ਕਾਰਡ ਹੋ ਗਿਆ, ਉਹਦੇ ਉੱਤੇ ਆ ਰਿਹਾ। ਇਹਨੂੰ ਸਮਾਰਟ ਚਿਪ ਵੀ ਕਹਿ ਦਿੰਦੇ ਆ। ਦੇਖੋ ਲਿਖਿਆ ਹੋਇਆ ਸਮਾਰਟ ਕਾਰਡ ਕੀ ਆ, ਮੈਨੀ ਕ੍ਰੈਡਿਟਡ ਕਾਰਡ ਚਿਪ ਐਂਡ ਪਿਨ ਕਾਰਡ। ਠੀਕ ਆ, ਅੱਜ ਕੱਲ੍ਹ ਤਾਂ ਵੈਸੇ ਵੀ SBI ਦੇ ਬੇਸਿਕਲੀ ਉਹਨਾਂ ਨੇ ਕੀ ਕਰਤਾ, ਜਦੋਂ ਆਪਾਂ ATM ਪਾਉਣੇ ਆ ਹੈ ਨਾ, ATM ਮਸ਼ੀਨ ਦੇ ਵਿੱਚ, ਉਹ 2 ਮਿੰਟ ਲੈਂਦਾ, ਕਿਉਂਕਿ ਉਹ ਕੀ ਕਰਦਾ, ਇੱਥੋਂ ਕੰਪਿਊਟਰ ਕੀ ਕਰਦਾ, ਡਾਟਾ ਰੀਡ ਕਰ ਰਿਹਾ ਹੁੰਦਾ ਕਿ ਜਿਹੜਾ ATM ਆ ਕਿਹੜੇ ਬੰਦੇ ਦਾ, ਉਹਦਾ ਅਕਾਊਂਟ ਨੰਬਰ ਕੀ ਆ, ਉਹਦਾ ਬੈਲੈਂਸ ਕਿੰਨਾ ਵਗੈਰਾ। ਠੀਕ ਹੈ, ਕਿਉਂਕਿ ਇਹਦੇ ਉੱਪਰ ਕੀ ਹੁੰਦਾ, ਮੈਗਨੈਟਿਕ ਸਟੋਰੇਜ ਹੁੰਦੀ ਆ, ਲਾਈਨਾਂ ਜਿਹੀਆਂ ਬਣੀਆਂ ਹੋਈਆਂ ਨਾ, ਦੇਖੋ ਲਾਈਨਾਂ ਜਿਹੀਆਂ ਬਣੀਆਂ ਹੋਈਆਂ, ਇਹਨੂੰ ਕੀ ਕਹਿੰਦੇ, ਮੈਗਨੈਟਿਕ ਸਟੋਰੇਜ ਕਹਿੰਦੇ ਆ। ਠੀਕ ਹੈ ਜੀ, ਕਲੀਅਰ ਹੈ। ਇਹਨੂੰ ਸਮਾਰਟ ਕਾਰਡ ਕਹਿ ਦਿੰਦੇ ਆ। ਇਹ ਵੈਸੇ ਕਈ ਵਾਰ ਪੁੱਛਦੇ ਨਹੀਂਗੇ, ਲੇਕਿਨ ਫਿਰ ਵੀ ਮੈਂ ਤੁਹਾਨੂੰ ਦੱਸਤਾ, ਚਲੋ ਤੁਹਾਡੀ ਨੌਲੇਜ ਵਾਸਤੇ। ਉਸ ਤੋਂ ਬਾਅਦ ਮੈਮਰੀ ਕਾਰਡ, ਇਹ ਤਾਂ ਸਭ ਨੇ ਦੇਖੇ ਹੋਣੇ, ਪੁਰਾਣੇ ਫੋਨ ਜਿਹੜੇ ਹੁੰਦੇ ਸੀ ਨੋਕੀਆ ਦੇ, ਉਹਦੇ ਵਿੱਚ ਪੈਂਦਾ ਹੁੰਦੇ ਸੀਗੇ ਮੈਮਰੀ ਕਾਰਡ, ਹੈ ਨਾ, ਜਿਹਨੂੰ SD ਕਾਰਡ ਵੀ ਕਹਿ ਦਿੰਦੇ ਆ। SD ਹੁੰਦਾ ਸਕੈਨ ਡਿਸਕ ਕਾਰਡ। ਠੀਕ ਹੈ, ਤਾਂ ਮੈਮਰੀ ਕਾਰਡ ਦਾ ਕੰਮ ਕੀ ਹੁੰਦਾ ਸੀਗਾ, ਇਹ ਵੀ ਇੱਕ ਸਟੋਰੇਜ ਡਿਵਾਈਸ ਵਾਂਗੂ ਯੂਜ਼ ਹੁੰਦਾ ਸੀਗਾ। ਜਿਵੇਂ ਆਪਾਂ ਮੰਨ ਲਓ 16 GB ਦਾ ਫੋਨ ਲਿਆ, ਤਾਂ ਆਪਾਂ ਕੀ ਕਹਿੰਦੇ ਸੀ, ਮੈਮਰੀ ਘੱਟ ਆ ਯਾਰ। ਪਹਿਲਾਂ ਕੀ ਹੁੰਦਾ ਸੀ, ਘੱਟ ਮੈਮਰੀ ਵਾਲੇ ਫੋਨ ਹੁੰਦੇ ਸੀ, ਆਪਾਂ ਕਹਿੰਦੇ ਵੀ 16 GB ਆਪਾਂ ਹੋਰ ਲੈਣੀ ਆ, ਤਾਂ ਆਪਾਂ 16 GB ਦਾ ਕਾਰਡ ਕੀ ਕਰਦੇ ਸੀ, ਉਹਦੇ ਵਿੱਚ ਪਾ ਦਿੰਦੇ ਸੀਗੇ ਪੋਰਟ ਦੇ ਵਿੱਚ, ਤਾਂ ਆਪਣਾ 32 GB ਦਾ ਮੋਬਾਈਲ ਬਣ ਜਾਂਦਾ ਸੀਗਾ। ਠੀਕ ਆ, ਉਹਦੇ ਵਾਸਤੇ ਹੁੰਦਾ ਇਹ SD ਕਾਰਡ ਯੂਜ਼ ਹੁੰਦਾ। ਕਲੀਅਰ ਹੈ ਜੀ, ਇਹ ਵੀ ਸਟੋਰੇਜ ਡਿਵਾਈਸ ਦੇ ਵਿੱਚ ਆਉਂਦਾ, ਆਪਟੀਕਲ ਦੇ ਵਿੱਚ। ਠੀਕ ਆ, ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁਣ ਦੇਖੋ, ਫਲੋਪੀ ਡਿਸਕ ਅੱਜ ਕੱਲ੍ਹ ਵੈਸੇ ਤਾਂ ਯੂਜ਼ ਹੁਣ ਹਟ ਗਈ, ਹੁਣ ਅੱਜ ਕੱਲ੍ਹ ਬੰਦ ਹੀ ਹੋ ਗਈ, ਲੇਕਿਨ ਕੁਐਸਚਨ ਆਪਾਂ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਪੜ੍ਹਨਾ ਪੈਣਾ, ਕਿਉਂਕਿ ਫਲੋਪੀ ਡਿਸਕ ਨੂੰ ਪੜ੍ਹ ਲੈਂਦੇ ਹੁੰਦੀ ਕਿੱਦਾਂ ਦੀ, ਮੈਂ ਤੁਹਾਨੂੰ ਅਗਲੀ ਨੈਕਸਟ ਡਾਇਗਰਾਮ ਦੇ ਵਿੱਚ ਦਿਖਾਉਣਾ ਹੈ। ਕਹਿੰਦਾ ਫਲੋਪੀ ਡਿਸਕ ਕੀ ਹੈ, ਇੱਕ ਮੈਗਨੈਟਿਕ ਸਟੋਰੇਜ ਮੀਡੀਅਮ ਹੈ। ਠੀਕ ਹੈ, ਜਿਹੜਾ ਕੰਪਿਊਟਰ ਦੇ ਵਿੱਚ ਯੂਜ਼ ਹੁੰਦਾ ਹੈ। ਇਹ ਆਪਟੀਕਲ ਦੇ ਵਿੱਚ ਨਹੀਂ ਆਉਂਦਾ ਰਾਜੇ, ਮੈਗਨੈਟਿਕ 'ਚ ਆਉਂਦਾ ਹੈ। ਠੀਕ ਹੈ, ਹਾਰਡ ਡਿਸਕ ਹੋ ਗਈ, ਫਲੋਪੀ ਹੋ ਗਈ, ਮੈਗਨੈਟਿਕ ਟੇਪ ਹੋ ਗਈਆਂ, ਸਾਰੀਆਂ ਕੀ 'ਚ ਆਉਂਦੀਆਂ, ਮੈਗਨੈਟਿਕ ਦੇ ਵਿੱਚ ਆਉਂਦਾ ਹੈ। ਠੀਕ ਹੈ, ਇਹ ਕੀ ਹੁੰਦੀ ਹੈ, ਇੱਕ ਬਹੁਤ ਹੀ ਮਤਲਬ ਥਿਨ ਹੁੰਦੀ ਹੈ, ਪਤਲੀ, ਫਲੈਕਸੀਬਲ ਬਹੁਤ ਹੁੰਦੀ ਹੈ, ਕਿਉਂਕਿ ਨਾ ਇਹ ਮਤਲਬ ਇਹਦੇ ਉੱਤੇ ਮਿੱਟੀ ਪੈ ਜਾਵੇ ਉਹਦੇ ਖਰਾਬ ਹੋ ਜਾਂਦੀ ਆ। ਠੀਕ ਹੈ, ਤਾਂ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ, ਜਿਹੜੀ ਮੈਗਨੈਟਿਕ ਚੀਜ਼ ਹੋਏਗੀ ਉਹਦੇ ਉੱਪਰ ਕੀ ਹੋਏਗਾ, ਇੱਕ ਸਕੇਅਰ ਕਲਰ ਦਾ ਪਲਾਸਟਿਕ ਹੋਏਗਾ, ਪਲਾਸਟਿਕ ਕਵਰ ਹੋਏਗਾ, ਰੀਲਾਂ ਦੇ ਉੱਪਰ ਜਿਵੇਂ ਗਲਾਸ ਕਵਰ ਹੁੰਦਾ ਸੀਗਾ। ਠੀਕ ਹੈ ਜੀ, ਤਾਂ ਫਲੋਪੀ ਡਿਸਕ ਨੂੰ ਦੇਖੋ, ਜਦੋਂ ਕੰਪਿਊਟਰ ਦੇ ਵਿੱਚ ਆਪਾਂ ਪਾਉਣੇ ਆ ਤਾਂ ਰੀਡ ਰਾਈਟ ਕਰ ਸਕਦੇ ਡਾਟਾ ਦੇ ਵਿੱਚ, ਜਿਵੇਂ ਆਪਾਂ CD ਵਿੱਚ ਕਰ ਸਕਦੇ ਹਾਂ, ਉਵੇਂ ਇਹਦੇ ਵਿੱਚ ਕਰ ਸਕਦੇ ਹਾਂ। ਉਸ ਤੋਂ ਬਾਅਦ ਕੀ ਕਹਿੰਦਾ ਵੀ ਜਿਹੜੇ ਪੁਰਾਣੇ ਡੇਜ਼, ਅਰਲੀ ਡੇਜ਼ ਦੇ ਵਿੱਚ ਕੀ ਹੁੰਦਾ ਸੀਗਾ, ਕੰਪਿਊਟਰ ਦੇ ਵਿੱਚ ਫਲੋਪੀ ਕਾਹਦੇ ਵਾਸਤੇ ਯੂਜ਼ ਹੁੰਦੀ ਸੀਗੀ, ਆਪਾਂ ਮੰਨ ਲਓ ਕੋਈ ਜਿਵੇਂ ਅੱਜ ਕੱਲ੍ਹ ਆਪਾਂ USB ਦੇ ਵਿੱਚ ਕੀ ਕਰਦੇ ਹਾਂ, USB ਪੈਨ ਡਰਾਈਵ 'ਚ ਕੀ ਕਰਦੇ ਹਾਂ, ਆਪਾਂ ਡਾਟਾ ਲੈ ਕੇ ਜਾਣਾ ਹੋਵੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ, ਉਹੀ ਕੰਮ ਕੀ ਕਰਦੀ ਸੀਗੀ, ਆਪਣੀ ਫਲੋਪੀ ਕਰਦੀ ਸੀਗੀ, ਟ੍ਰਾਂਸਫਰ ਫਾਈਲ ਕਰਦੀ ਸੀਗੀ, ਕ੍ਰੀਏਟ ਬੈਕਅਪ ਕਰਦੀ ਸੀਗੀ ਡਾਟਾ ਦਾ। ਠੀਕ ਹੈ ਜੀ, ਇਹ ਫਲੋਪੀ ਡਿਸਕ ਹੈ। ਆਹ ਦੇਖੋ ਫਲੋਪੀ ਡਿਸਕ ਹੈ। ਹੁਣ ਕੁਐਸਚਨ ਐਗਜ਼ਾਮ ਦੇ ਵਿੱਚ ਹਮੇਸ਼ਾ ਇਹ ਪੁੱਛਦੇ ਕਿ ਫਲੋਪੀ ਡਿਸਕ ਕਿੰਨੇ ਸਾਈਜ਼ ਦੇ ਵਿੱਚ ਆਉਂਦੀ ਸੀਗੀ, ਤਾਂ ਹਮੇਸ਼ਾ 2 ਸਾਈਜ਼ ਦੇ ਵਿੱਚ ਆਉਂਦੀ ਸੀ, 5.5 ਸਵਾ 5 ਇੰਚ ਦੀ ਅਤੇ 3.5 ਇੰਚ ਦੀ। ਇਹ ਹਮੇਸ਼ਾ ਬਹੁਤ ਵਾਰੀ ਕੁਐਸਚਨ ਪੁੱਛਿਆ ਹੋਇਆ ਪੇਪਰ ਦੇ ਵਿੱਚ। ਅਤੇ ਦੂਸਰਾ ਕੁਐਸਚਨ ਕੀ ਪੁੱਛਦੇ ਆ, ਹਮੇਸ਼ਾ ਇਹਦਾ ਨਹੀਂ ਪੁੱਛਦੇਗੇ, ਲੇਕਿਨ ਇਹਦਾ ਜ਼ਰੂਰ ਪੁੱਛਦੇ ਆ ਕਿ ਜਿਹੜੀ ਸਟੈਂਡਰਡ ਫਲੋਪੀ ਇਹੀ ਆ 3.5 ਇੰਚ ਵਾਲੀ। ਠੀਕ ਹੈ, ਸਟੈਂਡਰਡ ਫਲੋਪੀ ਇਹੀ ਹੈ, ਇਹਨੂੰ ਸਟੈਂਡਰਡ ਫਲੋਪੀ ਕਹਿੰਦੇ ਆ। ਇਹ ਹਮੇਸ਼ਾ ਕਿੰਨੇ MB ਡਾਟਾ ਸਟੋਰ ਕਰਦੀ ਆ, 1.44 MB। ਠੀਕ ਹੈ, ਮੈਗਾਬਾਈਟ ਨੂੰ MB ਕਹਿੰਦੇ ਆ ਨਾ, ਇਹ ਪੱਕਾ ਪੁੱਛਦੇ ਆ ਕਿੰਨਾ ਮੈਮਰੀ ਡਾਟਾ ਸਟੋਰ ਕਰਦੀ ਹੈ। ਤੁਹਾਨੂੰ ਮੈਂ ਨਾ ਅੱਜ ਸ਼ਾਮ ਨੂੰ ਪੂਲ ਕਰਾਵਾਂਗਾ, ਉਹਦੇ ਵਿੱਚ ਕੁਐਸਚਨ ਪਾਵਾਂਗਾ। 1.44 MB ਡਾਟਾ ਇਹ ਕੀ ਕਰਦੀ ਆ, ਸਟੋਰ ਕਰਦੀ ਆ। ਬਹੁਤ ਇੰਪੋਰਟੈਂਟ ਐਗਜ਼ਾਮ ਪੁਆਇੰਟ ਆਫ ਵਿਊ ਤੋਂ।
ਠੀਕ ਹੈ ਜੀ। ਲਾਸਟ ਦੇ ਵਿੱਚ ਠੀਕ ਹੈ USB ਸਭ ਨੂੰ ਪਤਾ ਹੋਏਗਾ। ਹੁਣ ਤੁਸੀਂ ਕੀ ਕਰਨਾ ਹੈ, ਕਮੈਂਟ ਬਾਕਸ ਦੇ ਵਿੱਚ ਮੈਨੂੰ ਫੁੱਲ ਫਾਰਮ ਦੱਸਣੀ ਹੈ USB ਦੀ ਫੁੱਲ ਫਾਰਮ ਹੁੰਦੀ ਕੀ ਹੈ, ਜਿਹਨੂੰ ਪੈਨ ਡਰਾਈਵ ਕਹਿ ਦਿੰਦੇ ਆ ਅੱਜ ਕੱਲ੍ਹ ਪਿੰਡਾਂ 'ਚ ਕਹਿ ਦਿੰਦੇ ਚਿੱਪ ਕਹਿੰਦੇ ਪਿੰਡਾਂ 'ਚ। ਠੀਕ ਹੈ ਜੀ, ਇਹਨੂੰ USB ਦੀ ਫੁੱਲ ਫਾਰਮ ਦੱਸਣੀ ਹੈ। ਇਹ ਰਾਜੇ ਇਹ ਨਾ ਆਪਟੀਕਲ 'ਚ ਆਉਂਦੀ ਹੈ ਨਾ ਮੈਗਨੈਟਿਕ 'ਚ ਆਉਂਦੀਆਂ, ਇਹ ਹੁੰਦੀਆਂ ਫਲੈਸ਼ ਡਰਾਈਵ ਕਹਿੰਦੇ ਜਾਂ ਫਲੈਸ਼ ਡਿਵਾਈਸ ਕਹਿ ਦਿੰਦੇ ਆ। ਫਲੈਸ਼ ਹੋ ਗਿਆ ਠੀਕ ਹੈ, ਫਲੈਸ਼ ਠੀਕ ਹੈ, ਕਿਉਂਕਿ ਇਹਦੇ ਵਿੱਚ ਫਲੈਸ਼ ਦੇ ਵਿੱਚ ਡਾਟਾ ਯੂਜ਼ ਹੁੰਦਾ। ਠੀਕ ਹੈ, USB ਪੋਰਟ ਹੁੰਦਾ, ਤੁਹਾਨੂੰ ਪਤਾ ਸਭ ਨੂੰ ਪਤਾ USB ਪੋਰਟ ਦੇ ਵਿੱਚ ਲੱਗ ਜਾਂਦੀ ਹੈ। ਠੀਕ ਹੈ, ਤੇ ਇਹ ਸੇਮ ਸਟੋਰੇਜ ਸਟੋਰ ਕਰਦੀ ਹੈ ਜਿਵੇਂ ਆਪਾਂ ਹਾਰਡ ਡਿਸਕ ਦੇ ਵਿੱਚ ਕਰਦੇ ਹਾਂ, ਉਵੇਂ ਡਾਟਾ ਸਟੋਰ ਕਰਦੀ ਹੈ। ਠੀਕ ਹੈ, ਇਹ ਵੀ ਅੱਜ ਕੱਲ੍ਹ ਦੇਖੋ ਤੁਹਾਨੂੰ ਪਤਾ ਹੀ 16 GB 32 GB 64 GB ਆਉਣ ਲੱਗ ਗਈ। ਠੀਕ ਹੈ, ਅੱਜ ਕੱਲ੍ਹ ਤਾਂ ਬਹੁਤ ਇਹ ਮਤਲਬ ਇਹ ਵੀ ਕੀ ਐਡਵਾਂਸ ਵਿੱਚ ਆਉਣ ਲੱਗ ਗਈ। ਠੀਕ ਹੈ ਜੀ, ਅੱਜ ਦੀ ਵੀਡੀਓ ਦੇਖੋ ਹੈ ਬਹੁਤ ਈਜ਼ੀ ਸੀਗਾ ਟੌਪਿਕ। ਧੰਨਵਾਦ ਸਭ ਦਾ। ਸਭ ਨੇ ਦੇਖੋ 2 ਦਿਨ ਤੁਹਾਨੂੰ ਸਭ ਨੂੰ ਪਤਾ ਸੀ ਫੰਕਸ਼ਨ ਹੋਣ ਕਰਕੇ ਆਪਾਂ ਵੀਡੀਓ ਨਹੀਂ ਪਾ ਸਕੇ, ਅਤੇ ਆਪਾਂ ਹੁਣ ਵੱਧ ਤੋਂ ਵੱਧ ਨੈਕਸਟ ਕੋਸ਼ਿਸ਼ ਕਰਾਂਗੇ ਰਾਤ ਤੱਕ ਦੂਜੀ ਵੀਡੀਓ ਵੀ ਆ ਜਾਵੇ। ਠੀਕ ਹੈ, ਸਭ ਨੇ ਚੈਨਲ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ। ਠੀਕ ਹੈ, ਵੱਧ ਤੋਂ ਵੱਧ ਜਦੋਂ ਆਪਣੇ ਨਾਲ ਦੋਸਤ ਜੁੜਨਗੇ ਤਾਂ ਹੀ ਆਪਾਂ ਲਾਈਵ ਕਲਾਸਾਂ ਲਗਾਵਾਂਗੇ। ਠੀਕ ਹੈ, ਆਉਣ ਵਾਲੇ ਟਾਈਮ 'ਚ ਆਪਾਂ ਲਾਈਵ ਕਲਾਸਾਂ ਵੀ ਸਟਾਰਟ ਕਰਾਂਗੇ, ਅਕਾਊਂਟ ਸਟਾਰਟ ਕਰਨਾ, ਆਪਾਂ ਰੀਜ਼ਨਿੰਗ ਵੀ ਸਟਾਰਟ ਕਰਨੀ ਆ। ਰੀਜ਼ਨਿੰਗ ਜੇ ਆਪਾਂ ਲਾਈਵ ਸਟਾਰਟ ਕਰਾਂਗੇ ਤਾਂ ਹੀ ਆਪਣਾ ਠੀਕ ਹੈ ਆਪਣਾ ਲੈਵਲ ਅਪ ਹੋਏਗਾ, ਕਿਉਂਕਿ ਰੀਜ਼ਨਿੰਗ ਅਗਰ ਮੈਂ ਇੱਦਾਂ ਵੀਡੀਓ ਪਾਊਂਗਾ ਤੁਹਾਨੂੰ ਉਨਾ ਵਧੀਆ ਸਮਝ ਨਹੀਂ ਲੱਗਣਾ ਜਿੰਨਾ ਆਪਾਂ ਲਾਈਵ ਕਰਨਾ ਹੈ। ਠੀਕ ਹੈ, ਤਾਂ ਚਲੋ ਠੀਕ ਹੈ ਜੀ, ਧੰਨਵਾਦ ਸਭ ਦਾ। ਬਾਬਾ ਮਿਹਰ ਕਰੇ, ਸਰਬੱਤ ਦਾ ਭਲਾ